2022 ਦੀਆਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਕੇ 92 ਐਮਐਲਏ ਲੈ ਕੇ ਸਰਕਾਰ ਚਾਈ ਤੇ ਵਿਰੋਧੀ ਧਿਰ 'ਚ ਕਾਂਗਰਸ ਦੂਸਰੇ ਪਾਸੇ ਜਦੋਂ ਇਹ ਸੀਟ ਦੇ ਵੱਲ ਨਾਲ ਦੇਖਦੇ ਆ ਤਾਂ ਇੱਥੇ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਮ ਆਦਮੀ ਪਾਰਟੀ ਆ ਤੇ ਲੀਡ ਕਰਦੀ ਕਾਂਗਰਸ। ਅਕਾਲੀ ਦਲ ਸਿਰਫ 2 ਵਾਰ ਜਿੱਤਿਆ ਤੇ 2 ਵਾਰ ਹੋਰ ਦਲ ਜਿਨ੍ਹਾਂ 'ਚ ਜਨਤਾ ਦਲ ਹੈ ਤੇ ਜਨਤਾ ਦਲ ਵੀ ਨਹੀਂ ਜਿੱਤਿਆ, ਉੱਥੋਂ 2 ਵਾਰ ਇੰਦਰ ਕੁਮਾਰ ਗੁਜਰਾਲ ਦੀ ਜਿੱਤੇ। ਦੇਖਿਆ ਜਾਵੇ ਤਾਂ ਇਹ ਸੀਟ ਉਦੋਂ ਖਾਲੀ ਹੁੰਦੀ ਹੈ ਜਦੋਂ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਜਾਂਦੀ ਹੈ। ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਹਾਦਸਾ ਵਾਪਰਦਾ ਹੈ ਤੇ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਜਿੰਨੇ ਵੀ ਕਾਂਗਰਸੀ ਲੀਡਰ ਨੇ ਉਹ ਤਾਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ, ਪਰ ਗਾਂਧੀ ਪਰਿਵਾਰ ਕਿਤੇ ਵੀ ਜਲੰਧਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਸੰਤੋਖ ਸਿੰਘ ਚੌਧਰੀ ਹੋਰਾਂ ਦੇ ਪਰਿਵਾਰ ਦਾ ਰਾਹੁਲ ਗਾਂਧੀ ਨੇ, ਸੋਨੀਆ ਪ੍ਰਿयंका ਨੇ, ਖੜਗੇ ਨੇ, ਕਾਂਗਰਸ ਹਾਈ ਕਮਾਂਡ ਨੇ, ਦਿੱਲੀ ਵਾਲੀ ਲੀਡਰਸ਼ਿਪ ਨੇ ਹੱਥ ਛੱਡਤਾ ਜੀ ਜਾਂ ਸਿਰਫ ਟਿਕਟ ਦੇਣਾ ਹੀ ਫਰਕ ਸੀ। ਵੈਸੇ ਇਸ ਵਾਰ ਚੋਣਾਂ ਦੇ ਰੰਗ ਢੰਗ ਥੋੜੇ ਜਿਹੇ ਵੱਖਰੇ ਨੇ। ਇਹਦੇ ਨਾਲ ਨਾ ਤਾਂ ਕੋਈ ਸਰਕਾਰ ਡਿੱਗਣੀ ਹੈ ਨਾ ਕੋਈ ਸਰਕਾਰ ਬਣਨੀ ਹੈ, ਫਿਰ ਇੰਨਾ ਅਸਰ ਕਿਉਂ? ਪਰ ਜਿੱਦ ਦਾ ਸਵਾਲ, ਨੱਕ ਦਾ ਸਵਾਲ, ਇੱਜ਼ਤ ਦਾ ਸਵਾਲ 2024 ਨੂੰ ਲੈ ਕੇ ਸਾਰਿਆਂ ਲਈ ਬਣੇ। ਅਕਾਲੀ ਦਲ ਕਹਿੰਦਾ ਜੀ ਉਮੀਦਵਾਰ ਸਭ ਤੋਂ ਸਿਆਣਾ ਸਾਡਾ, ਸਭ ਤੋਂ ਸਮਝਦਾਰ ਸਾਡਾ, ਸਭ ਤੋਂ ਸੂਝਵਾਨ ਸਾਡਾ ਹਾਂ, ਤੇ ਦੂਸਰਾ ਕਹਿੰਦਾ ਜੀ ਬਾਦਲ ਸਾਹਿਬ ਨੇ ਪੰਜਾਬ ਲਈ ਆ ਕੀਤਾ, ਬਾਦਲ ਸਾਹਿਬ ਨੇ ਜਲੰਧਰ ਲਈ ਆ ਕੀਤਾ, ਬਾਦਲ ਸਾਹਿਬ ਨੇ ਐਸਸੀ ਭਾਈਚਾਰੇ ਲਈ ਆ ਕੀਤਾ, ਬਾਦਲ ਸਾਹਿਬ ਨੇ ਬੀਸੀ ਭਾਈਚਾਰੇ ਲਈ ਆ ਕੀਤਾ, ਬਾਦਲ ਸਾਹਿਬ ਨੇ ਇੰਡਸਟਰੀ ਲਈ ਆ ਕੀਤਾ, ਬਾਦਲ ਸਾਹਿਬ ਨੇ ਖੇਡ ਜਗਤ ਲਈ ਆ ਕੀਤਾ, ਵੋਟਾਂ ਉਸ ਲਈ ਕਹਿੰਦੇ ਸਵਰਗੀ ਪ੍ਰਕਾਸ਼ ਬਾਦਲ ਦੇ ਨਾਂ ਤੇ ਅਕਾਲੀ ਦਲ ਵੋਟ ਮੰਗਦੇ। ਉਹ ਕਹਿੰਦੇ ਕਿ ਭਾਈ ਉਹਨਾਂ ਨਾਲੋਂ ਪਹਿਲਾਂ ਦਾ ਸਵਰਗ ਸਾਡੇ ਚੌਧਰੀ ਜੀ ਗਏ ਨੇ, ਸੋ ਇਸ ਲਈ ਅਸੀਂ ਚੌਧਰੀ ਦੇ ਨਾਮ ਤੇ ਮੰਗਦੇ। ਸੋ ਐਮਪੀ ਦਾ ਸੰਬੰਧ ਕਹਿੰਦੇ ਕੇਂਦਰ ਨਾਲ ਹੁੰਦਾ ਹੈ, ਇਸ ਲਈ ਕੇਂਦਰ ਸਾਡੀ ਸਰਕਾਰ ਹੈ, ਡਬਲ ਇੰਜਨ ਹੋ ਜਾਊਗਾ, ਇੱਕ ਤੁਹਾਡਾ ਐਮਪੀ ਇੱਕ ਸਾਡਾ ਮੋਦੀ, ਸੋ 2 ਇੰਜਨ ਜੋੜ ਲਾਂਗੇ। ਤੇ ਇੱਧਰ ਆਪ ਵਾਲੇ ਕਹਿੰਦੇ ਸਾਡੇ ਕੋਲ ਤਾਂ 3 ਇੰਜਨ ਹੋ ਜਾਣਗੇ, ਸਾਨੂੰ ਜਿਤਾਓ। ਪਰ ਜਲੰਧਰ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ 3 ਸਰਪੰਚ ਨੇ, 2 ਐਮਐਲਏ ਨੇ ਤੇ 2 ਐਮਪੀ ਨੇ, ਪਰ ਫਿਰ ਵੀ ਪਿੰਡ ਦੇ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਪਾ ਰਹੇ। ਇੱਥੇ ਤਾਂ ਜਮਾ ਹੀ ਸ਼ਰਮਨਾਤੀ ਸਿਸਟਮ ਨੇ ਕਿ ਇੱਕੋ ਪਿੰਡ ਆ, ਉਸ ਪਿੰਡ ਨੂੰ 2 ਜ਼ਿਲ੍ਹਿਆਂ 'ਚ ਵੰਡਿਆ ਹੋਇਆ, 2 ਥਾਣਿਆਂ 'ਚ ਵੰਡਿਆ ਹੋਇਆ, 2 ਤਹਿਸੀਲਾਂ 'ਚ ਵੰਡਿਆ ਹੋਇਆ, 2 ਲੋਕ ਸਭਾ ਹਲਕਿਆਂ 'ਚ ਵੰਡਿਆ ਹੋਇਆ, 2 ਵਿਧਾਨ ਸਭਾ ਹਲਕਿਆਂ 'ਚ ਵੰਡਿਆ ਹੋਇਆ, ਪਿੰਡ ਇੱਕ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੀ ਸ਼ੁਰੂਆਤ ਜਲੰਧਰ ਲੋਕ ਸਭਾ ਸੀਟ ਤੋਂ ਕਰ ਲੈਂਦੇ ਆ, ਜਿੱਥੇ ਕੱਲ ਨੂੰ ਵੋਟਾਂ ਹੋਣੀਆਂ ਨੇ ਤੇ ਜਿਹੜਾ ਚੋਣ ਪ੍ਰਚਾਰ ਸੀ ਉਹ ਵੀ ਸਾਰੀਆਂ ਪਾਰਟੀਆਂ ਦੇ ਵੱਲੋਂ ਕੱਲ ਜ਼ੋਰ ਸ਼ੋਰ ਦੇ ਨਾਲ ਕੀਤਾ ਗਿਆ। ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਨਾਲ ਹੀ ਰੋਡ ਸ਼ੋਅ ਵੀ ਕੱਢੇ ਗਏ ਨੇ। ਪਰ ਅਜਿਹੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ 16 ਵਾਰ ਕਾਂਗਰਸ ਦੀ ਜਿੱਤ ਉਸ ਸੀਟ ਤੇ ਹੋਈ ਹੈ ਤੇ ਇਸ ਵਾਰ ਵਕਾਰ ਦਾ ਸਵਾਲ ਬਣੀ ਹੋਈ ਹੈ ਤੇ ਉੱਥੇ ਆਮ ਆਦਮੀ ਪਾਰਟੀ ਦੇ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਕਿਵੇਂ ਵੇਖਦੇ ਹੋ ਇਸ ਵਾਰ ਇਲੈਕਸ਼ਨ ਨੂੰ? ਬਿਲਕੁਲ ਜਤਿੰਦਰ ਜੀ, ਕੱਲ ਚੋਣ ਪ੍ਰਚਾਰ ਖਤਮ ਹੋ ਗਿਆ ਜੀ ਤੇ ਉਸ ਤੋਂ ਬਾਅਦ ਹੁਣ ਅੱਜ ਡੋਰ ਟੂ ਡੋਰ ਜਿਹੜੇ ਸਥਾਨਕ ਲੋਕ ਨੇ, ਸਥਾਨਕ ਲੀਡਰ ਨੇ, ਉੱਥੋਂ ਦੇ ਉਮੀਦਵਾਰ ਨੇ, ਉਹ ਘਰ ਘਰ ਜਾ ਕੇ ਬੂਹਾ ਖੜਕਾ ਕੇ ਜ਼ਰੂਰ ਸੁਨੇਹਾ ਲਾ ਸਕਦੇ ਨੇ। ਪਰ ਹੁਣ ਕੋਈ ਰੈਲੀ, ਕੋਈ ਰੋਡ ਸ਼ੋਅ, ਕੋਈ ਪ੍ਰਦਰਸ਼ਨ ਹੈ ਨਾ, ਉਸ ਤਰ੍ਹਾਂ ਦਾ ਰੌਲਾ ਰੱਪਾ ਨਹੀਂ ਹੋ ਸਕਦਾ ਜੀ। ਦੂਸਰੇ ਪਾਸੇ ਬਕਾਇਦਾ ਪ੍ਰੋਗਰਾਮ ਲਿਖ ਦਿੱਤਾ ਗਿਆ। ਕੱਲ ਨੂੰ ਜਲੰਧਰ ਸਾਰੇ 'ਚ ਛੁੱਟੀ ਹੈ। 9 ਦੀਆਂ 9 ਜਿਹੜੇ ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੀ ਮਿਲਾ ਕੇ ਲੋਕ ਸਭਾ ਸੀਟ ਬਣਦੀ ਹੈ, ਸਾਰੇ ਛੁੱਟੀ ਹੈ। ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋ ਜਾਣੀ ਹੈ, ਲਗਭਗ 6 ਵਜੇ ਤੋਂ ਸਾਰੀ ਤਿਆਰੀਆਂ ਪੂਰੀਆਂ ਹੋ ਜਾਣੀਆਂ ਸਵੇਰੇ, ਤੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਹੈ, ਜਿਹਦੇ ਵਿੱਚ ਕਰੀਬ 16,21,000 ਵੋਟਰਾਂ ਦੀ ਸੂਚੀ ਹੈ ਲਗਭਗ ਜਿਨ੍ਹਾਂ ਨੇ ਵੋਟ ਪਾਉਣੀ ਹੈ ਤੇ 19 ਉਮੀਦਵਾਰ ਮੈਦਾਨ 'ਚ ਨੇ ਜੀ। 19 ਉਮੀਦਵਾਰਾਂ 'ਚੋਂ ਚਰਚਾ ਸਭ ਤੋਂ ਵੱਧ 4 ਉਮੀਦਵਾਰਾਂ ਦੀ ਵੱਧ ਹੈ, ਜਿਹਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਜਿਨ੍ਹਾਂ ਦੀ ਮੌਜੂਦਾ ਸੀਟ ਸੀ ਉਹਨਾਂ ਦੇ ਕਾਂਗਰਸ ਦੇ ਉਮੀਦਵਾਰ ਨੇ, ਹੈ ਨਾ। ਜੇਕਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਗੱਲ ਕਰੀ ਤਾਂ ਉਹਨਾਂ ਦੇ ਉਮੀਦਵਾਰ ਨੇ। ਅਕਾਲੀ ਦਲ ਇਸ ਵਾਰ ਬਸਪਾ ਨਾਲ ਮਿਲ ਕੇ ਲੜ ਰਿਹਾ, ਪਿਛਲੀ ਵਾਰ ਇਸੇ ਸੀਟ ਤੇ ਅਕਾਲੀ ਦਲ ਬੀਜੇਪੀ ਨਾਲ ਮਿਲ ਕੇ ਲੜ ਰਿਹਾ ਸੀ। ਸੋ ਇਸ ਲਈ ਇਹ ਸਾਰਾ ਕੁਛ ਹੈ। ਪਰ ਕਿਸੇ ਵੀ ਸੀਟ ਦਾ ਜਦੋਂ ਆਪਾਂ ਸਮੀਖਿਆ ਕਰਨੀ ਹੈ, ਕਿਸੇ ਵੀ ਸੀਟ ਦੀ ਜੋ ਸਥਿਤੀ ਦੇਖਣੀ ਹੈ ਤਾਂ 3-4 ਪੜਾਅ ਹੁੰਦੇ ਨੇ। ਇੱਕ ਪੜਾਅ ਹੁੰਦਾ ਕਿ ਮੌਜੂਦਾ ਮਾਹੌਲ, ਮੌਜੂਦਾ ਹਵਾ ਦਾ ਰੁਖ, ਮੌਜੂਦਾ ਕਾਰਨ ਕੀ ਨੇ, ਕਿਹੜੀ ਪਾਰਟੀ ਨੂੰ ਵੋਟ ਪੈ ਸਕਦੀ ਤੇ ਉਸ ਨਾਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਲੋਕ ਸਭਾ ਸੀਟ ਹੈ, ਕੇਂਦਰ 'ਚ ਬੀਜੇਪੀ ਦੀ ਸਰਕਾਰ ਹੈ ਤੇ ਇਸ ਲਈ ਇਹਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦਾ ਤਾਂ ਕੁਝ ਵੀ ਨਹੀਂ। ਪਰ ਸੀਟ ਮੌਜੂਦਾ ਕਾਂਗਰਸ ਕੋਲ ਸੀ,
ਇਸ ਲਈ ਕਾਂਗਰਸ ਕਹਿੰਦੀ ਕਿ ਇਹ ਸਾਡਾ ਦਾ ਲੱਗ ਰਿਹਾ, ਸਾਨੂੰ ਮੌਕਾ ਮਿਲ ਰਿਹਾ। ਤੇ ਦੂਸਰਾ, ਸਾਡੇ ਐਮਪੀ ਦੀ ਅਚਨਚੇਤ ਮੌਤ ਹੋਈ ਹੈ ਤੇ ਉਹਦੇ ਕਾਰਨ ਲੋਕਾਂ ਦੇ ਮਨਾਂ 'ਚ ਉਹਨਾਂ ਪ੍ਰਤੀ ਇੱਕ ਸਤਿਕਾਰ, ਇੱਕ ਪਿਆਰ, ਇੱਕ ਸ਼ਰਧਾਂਜਲੀ ਭਾਵ ਹੈ। ਤੇ ਜੇ ਇਹ ਗੱਲ ਕਹਿੰਦੇ, ਫਿਰ ਅਕਾਲੀ ਦਲ ਕਹਿੰਦਾ ਸਾਡੇ ਕੋਲ ਵੀ ਬਾਦਲ ਸਾਹਿਬ ਗਏ ਨੇ, ਸਾਡੇ ਨਾਲ ਸਾਡਾ ਤਾਂ ਮੁੱਖ ਲੀਡਰ ਗਿਆ, ਇਸ ਲਈ ਸਾਡੇ ਕੋਲ ਵੀ ਹੈ। ਪਰ ਜਦੋਂ ਅਸੀਂ ਚੋਣਾਂ ਦੇ ਨਤੀਜਿਆਂ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਹਾਲ ਹੀ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਕੇ 92 ਐਮਐਲਏ ਲੈ ਕੇ ਸਰਕਾਰ 'ਚ ਆਈ ਆ ਤੇ ਵਿਰੋਧੀ ਧਿਰ 'ਚ ਕਾਂਗਰਸ ਆ। ਦੂਸਰੇ ਪਾਸੇ ਜਦੋਂ ਇਹ ਸੀਟ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਇੱਥੇ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਮ ਆਦਮੀ ਪਾਰਟੀ ਆ ਤੇ ਲੀਡ ਕਰਦੀ ਕਾਂਗਰਸ ਆ। ਕਾਰਨ 9 ਵਿਧਾਨ ਸਭਾ ਹਲਕੇ ਆ ਪੰਜਾਬ ਦੇ ਵਿੱਚ, 13 ਲੋਕ ਸਭਾ ਸੀਟਾਂ ਨੇ। ਜੇ ਹਰੇਕ ਲੋਕ ਸਭਾ ਸੀਟ ਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਆ, 13 ਗੁਣਾ 9 117। ਸੋ ਉਸੇ ਤਰ੍ਹਾਂ ਜਲੰਧਰ ਲੋਕ ਸਭਾ ਸੀਟ ਦੇ ਅਧੀਨ ਵੀ 9 ਵਿਧਾਨ ਸਭਾ ਹਲਕੇ ਆਉਂਦੇ, ਜਿਹਦੇ ਵਿੱਚੋਂ 5 ਕਾਂਗਰਸ ਕੋਲ ਨੇ, 4 ਆਮ ਆਦਮੀ ਪਾਰਟੀ ਕੋਲ ਨੇ। ਮਤਲਬ ਸੂਬੇ ਦੇ ਵਿੱਚ ਮੁਰਲੀ ਪਾਰਟੀ ਹੈ ਆਪ, ਦੂਜੇ ਨੰਬਰ ਤੇ ਹੈ ਕਾਂਗਰਸ। ਪਰ ਇਸ ਲੋਕ ਸਭਾ ਹਲਕੇ 'ਚ ਕਾਂਗਰਸ ਹੈ 1 ਨੰਬਰ ਤੇ, 1 ਕਦਮ ਪਿੱਛੇ ਹੈ ਆਮ ਆਦਮੀ, 5-4, ਕੋਈ ਜ਼ਿਆਦਾ ਬਾਹਲਾ ਫਰਕ ਨਹੀਂ। ਬਿਲਕੁਲ ਇਸ ਲਈ ਦਾ ਮਤਲਬ ਦੂਏ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਠੀਕ ਠਾਕ ਵੋਟ ਸੀ 2022 'ਚ 5-4। 5-4 'ਚ ਜਦੋਂ ਮੈਂ ਦੇਖਦਾ ਤਾਂ ਮੈਂ ਦੇਖ ਰਿਹਾ ਸੀਗਾ ਕਿ ਫਲੋਰ ਹਲਕਾ ਕਾਂਗਰਸ ਕੋਲ ਹੈ, ਸ਼ਾਹਕੋਟ ਹਲਕਾ ਕਾਂਗਰਸ ਕੋਲ ਹੈ, ਇਸੇ ਤਰ੍ਹਾਂ ਆਦਮਪੁਰ ਹਲਕਾ ਕਾਂਗਰਸ ਕੋਲ ਹੈ, ਇਸੇ ਤਰ੍ਹਾਂ ਜਲੰਧਰ ਨਾਰਥ ਕਾਂਗਰਸ ਕੋਲ ਹੈ, ਜਲੰਧਰ ਕੈਂਟ ਕਾਂਗਰਸ ਕੋਲ ਹੈ। ਇਹ 5 ਐਮਐਲਏ ਕਾਂਗਰਸ ਦੇ ਨੇ। ਜਿਵੇਂ ਫਲੋਰ ਤੋਂ ਬਿਕਰਮਜੀਤ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਹੀ ਬੇਟਾ, ਉਹ ਐਮਐਲਏ ਹੈ। ਇਸੇ ਤਰ੍ਹਾਂ ਸ਼ਾਹਕੋਟ ਤੋਂ ਹਰਦੇਵ ਲਾਡੀ ਕਾਂਗਰਸ ਦਾ ਐਮਐਲਏ ਹੈ। ਇਸੇ ਤਰ੍ਹਾਂ ਜਲੰਧਰ ਨਾਰਥ ਤੋਂ ਅਵਤਾਰ ਹੈਨਰੀ ਦਾ ਮੁੰਡਾ, ਉਹ ਕਾਂਗਰਸ ਦਾ ਐਮਐਲਏ ਹੈ। ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਹਾਕੀ ਖਿਡਾਰੀ ਪ੍ਰਗਟ ਸਿੰਘ ਹੋਰੀ ਕਾਂਗਰਸ ਦੇ ਲਗਾਤਾਰ ਦੂਜੀ ਵਾਰ ਜਿੱਤੇ ਹੋਏ ਐਮਐਲਏ। ਇਸੇ ਤਰ੍ਹਾਂ ਆਦਮਪੁਰ ਤੋਂ ਸੁਖਵਿੰਦਰ ਕੋਟਲੀ, ਇਹ 5 ਐਮਐਲਏ ਕਾਂਗਰਸ ਕੋਲ ਨੇ। ਪਰ ਦੂਸਰੇ ਪਾਸੇ 4 ਐਮਐਲਏ ਇੱਥੇ ਆਮ ਆਦਮੀ ਪਾਰਟੀ ਕੋਲ ਵੀ ਹੈਗੇ ਨੇ। ਆਮ ਆਦਮੀ ਪਾਰਟੀ ਕੋਲ ਨਕੋਦਰ ਤੋਂ ਬੀਬੀ ਇੰਦਰਜੀਤ ਕੌਰ ਹੋਰੀ ਐਮਐਲਏ ਨੇ। ਇਸੇ ਤਰ੍ਹਾਂ ਕਰਤਾਰਪੁਰ ਤੋਂ ਬਲਕਾਰ ਸਿੰਘ ਹੋਰੀ ਐਮਐਲਏ ਨੇ ਆਮ ਆਦਮੀ ਪਾਰਟੀ ਕੋਲ। ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਸ਼ੀਤਲ ਅੰਗਰਾਲ, ਜਿਹਦੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਕੇ ਪ੍ਰਚਾਰ ਕਰਦੀ ਸੀ ਕਿ ਇਹਨੂੰ ਨਾ ਪਾ ਦਿਓ ਭਾਈ, ਇਹ ਤਾਂ ਮਤਲਬ ਕਿ ਰਿੰਕੂ ਉਹ ਹੈ, ਇਹ ਵਿਰੋਧੀ ਧਿਰ ਦਾ ਹੈ, ਕਰਪਟ ਹੈ, ਇਹ ਘਟੀਆ, ਇਹ ਹਲਕਾ ਬੰਦਾ ਹੈ। ਹੁਣ ਉਸੇ ਨੂੰ ਕਹਿੰਦੇ ਇਹੀ ਚੰਗਾ ਬੰਦਾ, ਇਹੀ ਸਿਆਣਾ, ਹੁਣ ਇਹਨੂੰ ਪਾ ਦਿਓ। ਉੱਥੋਂ ਲਿਆਂਦਾ ਉਹ ਪੱਟ ਕੇ, ਉਸ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਹੈ। ਇਸੇ ਤਰ੍ਹਾਂ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ, 4 ਇਹਨਾਂ ਕੋਲ ਨੇ। ਹੁਣ ਇਹ ਜੇਕਰ ਇਸ ਹਵਾਲੇ ਨਾਲ ਦੇਖਦੇ ਹਾਂ ਤਾਂ 5 ਕਾਂਗਰਸ ਕੋਲ, 4 ਆਪ ਕੋਲ, ਫਿਰ ਇੱਥੇ ਅਕਾਲੀ ਦਲ ਵੀ ਕਿਤੇ ਨਹੀਂ, ਇੱਥੇ ਭਾਜਪਾ ਵੀ ਕਿਤੇ ਨਹੀਂ। ਸੋ ਇਸ ਲਈ ਉਹ ਬਾਹਰ ਨੇ। ਫਿਰ ਇਸ ਹਵਾਲੇ ਨਾਲ ਬਹੁਜਨ ਸਮਾਜ ਪਾਰਟੀ ਵੀ ਇੱਥੇ ਕਿਤੇ ਨਹੀਂ। ਹੁਣ ਇਹ ਆ ਗਿਆ। ਪਰ ਇਸ ਤੋਂ ਪਿੱਛੇ ਜਾਓਗੇ, ਇਹ ਲੋਕ ਸਭਾ ਸੀਟ ਹੈ ਜੀ ਕਹਿੰਦੇ। ਤਾਂ ਲੋਕ ਸਭਾ ਚੋਣਾਂ ਹੋਈਆਂ ਸੀ 2019 'ਚ। ਜਤਿੰਦਰ ਜੀ, 2019 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਦ ਅਕਾਲੀ ਦਲ ਔਰ ਬੀਜੇਪੀ ਮਿਲ ਕੇ ਲੜ ਰਹੀ ਸੀ। ਅੱਜ ਅਕਾਲੀ ਦਲ ਔਰ ਬਸਪਾ ਮਿਲ ਕੇ ਲੜ ਰਿਹਾ। ਪਰ ਇਹ ਸੀਟ ਤੋਂ ਤਦ ਵੀ ਚੌਧਰੀ ਸੰਤੋਖ ਸਿੰਘ ਹੋਰੀ ਜਿੱਤ ਗਏ ਸੀ। ਬੇਸ਼ੱਕ ਮਾਰਜਨ ਬੜਾ ਘੱਟ ਸੀ ਤੇ ਪਰ ਮੁਕਾਬਲਾ ਉਹਨਾਂ ਦਾ ਉਸ ਸਮੇਂ ਅਕਾਲੀ ਦਲ ਨਾਲ ਹੋਇਆ ਸੀ। ਚੌਧਰੀ ਸੰਤੋਖ ਸਿੰਘ ਹੋਰੀ ਮਾਤਰ 19,491 ਵੋਟਾਂ ਨਾਲ ਜਿੱਤੇ ਸੀ ਤੇ ਦੂਏ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਨਹੀਂ ਸੀ, ਤੀਏ ਦੇ ਉੱਤੇ ਬਸਪਾ ਸੀ, ਆਮ ਆਦਮੀ ਪਾਰਟੀ ਪਿਛਾਂ ਖੜੀ ਸੀ ਸਭ ਤੋਂ। ਦੂਏ ਨੰਬਰ ਤੇ ਅਕਾਲੀ ਦਲ ਆਇਆ ਸੀ। ਆਇਆ ਕੌਣ ਸੀ? ਚਰਨਜੀਤ ਸਿੰਘ ਅਟਵਾਲ, ਜਿਹੜੇ ਹਾਲ ਹੀ 'ਚ ਬੀਜੇਪੀ ਸ਼ਾਮਲ ਹੋਏ ਨੇ, ਜਿਨ੍ਹਾਂ ਦਾ ਮੁੰਡਾ ਪਹਿਲਾਂ ਸ਼ਾਮਲ ਹੋ ਗਿਆ ਸੀ ਤੇ ਉਹਨਾਂ ਨੂੰ ਟਿਕਟ ਮਿਲੀ ਹੋਈ ਹੈ, ਹੁਣ ਉਧਰ ਨੇ। 2019 ਦੀਆਂ ਲੋਕ ਸਭਾ ਚੋਣਾਂ 'ਚ ਚੌਧਰੀ ਸੰਤੋਖ ਸਿੰਘ ਹੋਰੀ 3,85,712 ਵੋਟਾਂ ਲੈ ਕੇ ਗਏ। 3,85,712 ਤੇ ਬੜੀਆਂ ਥੋੜੀਆਂ ਜਿਹਾ ਫਰਕ ਸੀਗਾ। 19,000 ਵੋਟਾਂ ਦਾ ਲੋਕ ਸਭਾ ਚੋਣਾਂ 'ਚ ਕੋਈ ਖਾਸ ਫਰਕ ਨਹੀਂ ਹੁੰਦਾ। 19,491 ਵੋਟਾਂ ਸਿਰਫ ਘੱਟ ਰਹੀਆਂ ਚਰਨਜੀਤ ਅਟਵਾਲ ਦੀਆਂ। 3,66,229 ਵੋਟਾਂ ਲੈ ਗਏ ਸੀ। ਚਰਨਜੀਤ ਅਟਵਾਲ ਨੂੰ ਪਈਆਂ ਲਗਭਗ 36% ਵੋਟਾਂ, ਚੌਧਰੀ ਸੰਤੋਖ ਸਿੰਘ ਨੂੰ ਪਈਆਂ ਲਗਭਗ 38% ਵੋਟਾਂ। 35.90% ਦੀ ਵੋਟ ਲੈ ਕੇ ਗਏ ਚਰਨਜੀਤ ਅਟਵਾਲ ਦੂਏ ਨੰਬਰ ਤੇ ਰਹਿ ਕੇ, ਲਗਭਗ 36%। 37.90% ਦੀ ਵੋਟ ਲੈ ਕੇ ਗਏ ਚੌਧਰੀ ਸੰਤੋਖ ਸਿੰਘ ਨੰਬਰ 1 ਤੇ ਰਹਿੰਦੇ ਹੋਏ ਲਗਭਗ 38%। ਇਹਨਾਂ ਦੋਵਾਂ ਦੇ ਵੋਟਾਂ ਦਾ ਫਰਕ ਸਿਰਫ 2% ਹੀ ਹੈ ਤੇ ਇੰਨੀ ਕੇ ਵੋਟ ਆਮ ਆਦਮੀ ਪਾਰਟੀ ਦੇ ਡੱਬੇ ਚੋਂ ਨਿਕਲੀ ਸੀ। ਆਮ ਆਦਮੀ ਪਾਰਟੀ ਦੇ ਉਸ ਸਮੇਂ ਜਸਟਿਸ ਜੋਰਾ ਸਿੰਘ ਉਮੀਦਵਾਰ ਸੀ, ਸਿਰਫ 25,000 ਵੋਟ ਪਈ ਸੀ। 25,467 ਵੋਟ ਆਮ ਆਦਮੀ ਪਾਰਟੀ ਨੂੰ ਪਈ, 2.50% ਦੀ ਵੋਟਾਂ ਸੀ। ਹਾਂ, ਪਰ ਬਸਪਾ ਦੇ ਉਮੀਦਵਾਰ ਨੇ ਉੱਥੇ ਤਕੜੀ ਹਾਜ਼ਰੀ ਲਵਾਈ ਸੀ। ਬਸਪਾ ਦਾ ਉਮੀਦਵਾਰ ਤੀਜੇ ਨੰਬਰ ਤੇ ਆਇਆ ਸੀ, 2 ਲੱਖ ਤੋਂ ਵੱਧ ਵੋਟਾਂ ਲੈ ਗਿਆ ਸੀ, 20% ਤੋਂ ਵੱਧ ਵੋਟਾਂ ਲੈ ਗਿਆ ਸੀ। 2,04,783 ਵੋਟਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪਈਆਂ, 20.10%। ਹੁਣ ਜੇ ਆਹ ਹਵਾਲਾ ਦੇਖਦੇ ਹੋ
ਤਾਂ ਕਾਂਗਰਸ ਕਹਿੰਦੀ ਅਸੀਂ ਤਾਂ ਜਦ ਵੀ 3,85,000 ਲੈ ਗਏ ਸੀ, ਅਸੀਂ ਨੰਬਰ 1 ਤੇ ਸੀ, ਅਸੀਂ ਹੁਣ ਵੀ ਆ ਜਾਾਂਗੇ ਜੀ। ਉਧਰ ਅਕਾਲੀ ਦਲ ਕਹਿੰਦਾ ਸੀ ਦੂਏ ਨੰਬਰ ਤੇ ਆਏ ਸੀ, 3,66,000 ਵੋਟ ਸੀ, ਹੁਣ ਤਾਂ ਸਾਡੇ ਨਾਲ ਬਸਪਾ ਵੀ ਆ, 2 ਲੱਖ ਵਾਲੀ ਵੋਟ ਉਹਦੀ ਵੀ ਲਾ ਲਓ, ਸਾਡੀ ਤਾਂ ਵੋਟ 5.5 ਲੱਖ ਤੋਂ ਉੱਪਰ ਚੱਲ ਗਈ ਜੀ। ਤੇ ਅਗਲੇ ਕਹਿੰਦੇ ਭਾਈ ਇਹ 'ਚੋਂ ਬੀਜੇਪੀ ਦੀ ਤਾਂ ਘਟਾ ਲਓ, ਅਕਾਲੀ ਦਲ ਦੀਆਂ ਜਿਹੜੀਆਂ 3,66,000 ਨੇ ਉਹ 'ਚ ਬੀਜੇਪੀ ਦੀ ਵੀ ਵੋਟ ਆ ਜੀ, ਚਾਹੇ ਉਹ 10 ਹੋਣ, ਚਾਹੇ 1000 ਹੋਵੇ, ਚਾਹੇ ਲੱਖ ਹੋਵੇ। ਅਗਲੇ ਕਹਿੰਦੇ ਸਾਡੀ ਵੀ ਘਟਾ ਲਓ। ਹੁਣ ਅਗਲੇ ਕਹਿੰਦੇ ਅਸੀਂ ਆਪਣਾ ਅੱਡ ਮਜਬਾ ਲਾ ਕੇ ਬੈਠੇ ਹਾਂ, ਸਾਡੀਆਂ ਝੰਡੀਆਂ ਵੀ ਬਹੁਤ ਲੱਗੀਆਂ, ਸਾਡੇ ਬੈਨਰ ਵੀ ਬਹੁਤ ਲੱਗੇ, ਅਸੀਂ ਹੋਟਲ ਵੀ ਬਹੁਤ ਬੁੱਕ ਕਰਾਏ, ਦਿੱਲੀ ਤੋਂ ਲੀਡਰ ਵੀ ਬਹੁਤ ਲਿਆਂਦੇ ਨੇ, ਪ੍ਰਚਾਰ ਵੀ ਖੂਬ ਕੀਤਾ, ਇਸ ਲਈ ਸਾਡਾ ਵੀ ਕੁਝ ਬਣਦਾ। ਤੇ ਆਮ ਆਦਮੀ ਪਾਰਟੀ ਕਹਿੰਦੀ ਹੁਣ ਅਸੀਂ 25,000 ਵਾਲੇ ਥੋੜਾ, ਸਰਕਾਰ ਹੈ, 2 ਸਰਕਾਰਾਂ ਨੇ, ਦਿੱਲੀ ਵਾਲਾ ਵੀ ਮੁੱਖ ਮੰਤਰੀ ਲਾਇਆ, ਪੰਜਾਬ ਵਾਲਾ ਵੀ ਲਾਇਆ, ਤੇ ਤੁਸੀਂ 4 MLA ਗਣਾਈ ਜਾਂਦੇ ਹੋ ਸਾਡੇ, ਅਸੀਂ ਤਾਂ 92 ਦੇ 92 ਲਾਏ ਨੇ ਜਲੰਧਰ 'ਚ, ਅਸੀਂ ਤਾਂ ਸਾਰੀ ਸਰਕਾਰ ਝੌਂਕੀ ਆ ਉੱਥੇ ਪੰਜਾਬ 'ਚ, ਚਾਹੇ ਬੰਬ ਫੱਟਦੇ ਨੇ ਫਟੀ ਜਾਣ, ਸਾਨੂੰ ਤਾਂ ਜਲੰਧਰ ਦਾ ਫਿਕਰ ਆ, ਇਸ ਲਈ ਕਹਿੰਦੇ ਅਸੀਂ ਜਲੰਧਰ ਬੈਠੇ ਹਾਂ। ਇਸ ਲਈ ਇਸ ਵਾਰ ਇਹ ਅੰਕੜੇ ਵੀ ਕੰਮ ਆਉਣਗੇ ਜਾਂ ਨਹੀਂ ਆਉਣਗੇ ਇਹ ਜ਼ਰੂਰੀ ਨਹੀਂਗਾ, ਤਸਵੀਰ ਕੁਝ ਹੋਰ ਵੀ ਹੋ ਸਕਦੀ ਆ। ਪਰ ਜਦੋਂ ਤੁਸੀਂ ਪੂਰਾ ਹਾਲ ਸਮਝਣਾ ਹੋਵੇ ਤਾਂ ਫਿਰ ਦੇਖਣਾ ਹੁੰਦਾ ਕਿ ਇਹ ਸੀਟ ਸਭ ਤੋਂ ਵੱਧ ਵਾਰ ਕਿਹਦੇ ਕਨੀ ਨੂੰ ਝੁਕੀ ਹੈ। ਜਦੋਂ ਮੈਂ ਉਹ ਇਤਿਹਾਸ ਦੇਖਦਾ ਤਾਂ ਇਸ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ 16 ਵਾਰ ਜਿੱਤੀ ਹੈ, ਅਕਾਲੀ ਦਲ ਸਿਰਫ 2 ਵਾਰ ਜਿੱਤਿਆ, ਤੇ 2 ਵਾਰ ਹੋਰ ਦਲ ਜਿਨ੍ਹਾਂ 'ਚ ਜਨਤਾ ਦਲ ਹੈ, ਤੇ ਜਨਤਾ ਦਲ ਵੀ ਨਹੀਂ ਜਿੱਤਿਆ, ਉੱਥੋਂ 2 ਵਾਰ ਇੰਦਰ ਕੁਮਾਰ ਗੁਜਰਾਲ ਜੀ ਜਿੱਤੇ ਨੇ, ਜਿਨ੍ਹਾਂ ਨੂੰ ਪੰਜਾਬੀਆਂ ਨੇ ਮਾਣ ਵਜੋਂ, ਸਤਿਕਾਰ ਵਜੋਂ, ਅਕਾਲੀ ਦਲ ਨੇ ਉਹਨਾਂ ਲਈ ਸੀਟ ਛੱਡਤੀ ਸੀ। ਸੋ ਇੰਦਰ ਕੁਮਾਰ ਗੁਜਰਾਲ ਹੋਰੀ ਜਿੱਤ ਕੇ ਭਾਰਤੀ ਸੰਸਦ 'ਚ ਗਏ ਨੇ 2 ਵਾਰ, ਇੱਥੋਂ 16 ਵਾਰ ਆਮ ਆਦਮੀ ਪਾਰਟੀ, 16 ਵਾਰ ਕਾਂਗਰਸ ਜਿੱਤੀ ਹੈ, ਜਿਹਦੇ ਵਿੱਚ ਪਹਿਲੀ ਵਾਰ 1952 'ਚ ਕਾਂਗਰਸ ਜਿੱਤਦੀ ਆ, ਅਮਰਨਾਥ ਇੱਥੋਂ MP ਬਣਦੇ ਨੇ, ਦੂਜੀ ਵਾਰ 1957, 1962, 1967, 1969, 1971, ਲਗਾਤਾਰ 5 ਵਾਰ, 5 ਵਾਰ ਕਾਂਗਰਸ ਤੇ 5 ਵਾਰ ਸਵਰਨ ਸਿੰਘ MP ਬਣ ਕੇ ਜਾਂਦੇ ਨੇ ਇੱਥੋਂ। ਸਰਵਣ ਸਿੰਘ ਹੋਰੀ ਲਗਾਤਾਰ 5 ਵਾਰ MP ਬਣੇ। ਉਸ ਤੋਂ ਬਾਅਦ 1980 ਤੇ 1984 ਫਿਰ ਕਾਂਗਰਸ ਜਿੱਤਦੀ ਆ, ਰਜਿੰਦਰ ਸਿੰਘ ਸਪੈਰੋ ਹੋਰੀ ਇੱਥੋਂ 2 ਵਾਰ MP ਬਣ ਕੇ ਜਾਂਦੇ ਨੇ। ਉਸ ਤੋਂ ਬਾਅਦ 1992 ਕਾਂਗਰਸ ਜਿੱਤਦੀ ਆ, ਉਸ ਤੋਂ ਬਾਅਦ 1993 ਕਾਂਗਰਸ ਦੇ ਉਮਰਾਵ ਸਿੰਘ ਹੋਰੀ ਜਿੱਤਦੇ ਨੇ, ਫਿਰ 1999 ਕਾਂਗਰਸ ਦੇ ਬਲਬੀਰ ਸਿੰਘ ਜਿੱਤਦੇ ਨੇ, ਉਸ ਤੋਂ ਬਾਅਦ 2004, 2009, 2014, 2019 ਲਗਾਤਾਰ 4 ਵਾਰ ਫਿਰ ਕਾਂਗਰਸ ਜਿੱਤੀ ਆ। 2004 ਦੇ ਵਿੱਚ ਰਾਣਾ ਗੁਰਜੀਤ ਹੈ, 2009 ਦੇ ਵਿੱਚ ਮਹਿੰਦਰ ਸਿੰਘ KP, 2014 ਤੇ 2019 ਦੇ ਵਿੱਚ ਚੌਧਰੀ ਸੰਤੋਖ ਸਿੰਘ, ਤੇ ਹੁਣ ਆ 2023 ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹ 'ਚ ਉਹਨਾਂ ਦੀ ਪਤਨੀ ਖੜੀ ਆ। ਤੇ ਇੱਥੇ ਅਕਾਲੀ ਦਲ 2 ਵਾਰ ਜਿੱਤਿਆ, 1977 ਦੇ ਵਿੱਚ ਅਕਾਲੀ ਦਲ ਜਿੱਤਿਆ, ਇਕਬਾਲ ਸਿੰਘ ਹੋਰੀ ਜਿੱਤੇ ਇੱਥੋਂ, ਇਕਬਾਲ ਸਿੰਘ ਢਿੱਲੋਂ ਹੈ, 1996 'ਚ ਅਕਾਲੀ ਦਲ ਜਿੱਤਿਆ, ਦਰਬਾਰਾ ਸਿੰਘ ਹੋਰੀ ਜਿੱਤੇ ਇੱਥੋਂ ਹੈ, 1999 ਦੇ ਵਿੱਚ ਜਨਤਾ ਦਲ ਜਿੱਤਿਆ, ਇੰਦਰ ਕੁਮਾਰ ਗੁਜਰਾਲ ਹੋਰੀ ਜਿੱਤੇ ਇੱਥੋਂ ਹੈ, 1998 'ਚ ਜਨਤਾ ਦਲ ਇੰਦਰ ਕੁਮਾਰ ਗੁਜਰਾਲ ਹੋਰੀ ਜਿੱਤੇ, ਜਿਹੜੇ ਇੱਥੋਂ ਪ੍ਰਧਾਨ ਮੰਤਰੀ ਵੀ ਬਣੇ ਜਾ ਕੇ। ਸੋ ਇੰਦਰ ਕੁਮਾਰ ਗੁਜਰਾਲ ਹੋਰਾਂ ਨੂੰ 2 ਵਾਰ ਇਹ ਸੀਟ ਛੱਡੀ ਗਈ, ਜਿਹੜੇ ਇੱਥੇ ਆ ਕੇ ਜਿੱਤੇ। ਸੋ ਇਸ ਲਈ 2 ਵਾਰ ਅਕਾਲੀ ਦਲ, 2 ਵਾਰ ਜਨਤਾ ਦਲ ਤੇ 16 ਵਾਰ ਕਾਂਗਰਸ। ਤਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਤਾਂ ਉਸ ਸਮੇਂ ਹੋਂਦ 'ਚ ਨਹੀਂ ਸੀ। ਅਗਲੇ ਕਹਿਣਗੇ ਕਿ ਅਸੀਂ ਨਾ ਪਿਛਲੀਆਂ ਲੜੀਆਂ, ਜਦੋਂ ਨਹੀਂ ਜਿੱਤੇ ਹੁਣ ਅਸੀਂ ਲੜ ਰਹੇ ਹਾਂ, ਹੁਣ ਅਸੀਂ ਜਿੱਤ ਜਾਾਂਗੇ। ਸੋ ਕਾਂਗਰਸ ਕਹਿੰਦੀ ਸੀਟ ਸਾਡੀ ਹੈ, ਜਦ ਦੀ 16 ਵਾਰ ਜਿੱਤੇ ਅਸੀਂ ਜਿੱਤਾਂਗੇ। ਬੀਜੇਪੀ ਕਹਿੰਦੀ ਹੁਣ ਅਸੀਂ ਪੂਰੇ ਦਮ ਨਾਲ ਆ ਰਹੇ, ਹੁਣ ਅਸੀਂ ਜਿੱਤਾਂਗੇ। ਅਕਾਲੀ ਦਲ ਕਹਿੰਦੇ ਲੋਕਾਂ ਨੇ ਮੋੜਾ ਕੱਟ ਲਿਆ, ਅਸੀਂ ਜਿੱਤਾਂਗੇ। ਫੈਸਲਾ ਲੋਕਾਂ ਨੇ ਕਰਨਾ। 16,21,000 ਵੋਟਰ ਤੈਅ ਕਰੂਗਾ ਕਿ 8 ਵਜੇ ਤੋਂ ਲੈ ਕੇ 6 ਵਜੇ ਤੱਕ ਉਹਨਾਂ ਨੇ ਕਿਹਦੇ ਬਟਨ ਤੇ ਮੋਹਰ ਲਾਈ ਆ, ਕਿਹਨੂੰ ਵੋਟ ਪਾਈ ਆ। 13 ਤਰੀਕ ਨੂੰ ਨਤੀਜਾ ਜਾਣਗੇ, 2 ਦਿਨ ਦਾ ਹੀ ਫਰਕ ਹੈ, ਕੋਈ ਗੱਲ ਨਹੀਂ। 13 ਤਰੀਕ ਨੂੰ ਪਤਾ ਲੱਗ ਜੂ, ਚਾਹੇ ਕਰਨਾਟਕਾ ਚਾਹੇ ਜਲੰਧਰ। ਸੋ ਜਲੰਧਰ ਦੀ ਸੀਟ ਦਾ ਇਤਿਹਾਸ ਕਾਂਗਰਸ ਕੰਨੀ ਨੂੰ ਝੁਕਦਾ, ਪਰ ਲੋਕਾਂ ਦਾ ਫੈਸਲਾ ਕੀ ਹੋਊਗਾ ਇਹ ਵੋਟਰ ਨੂੰ ਪਤਾ। ਉਹ ਵੋਟਰ ਦੱਸਣਗੇ। ਸੱਤਾਧਾਰੀ ਧਿਰ ਕਦੇ ਜਿਮਨੀ ਚੋਣ ਹਾਰਦੀ ਨਹੀਂ ਹੁੰਦੀ, ਪਰ ਪੰਜਾਬ ਸਰਕਾਰ ਨੇ ਇਤਿਹਾਸ ਵੀ ਦਿਖਾਇਆ ਕਿ ਅਸੀਂ ਸੰਗਰੂਰ ਹਾਰ ਗਏ ਸੀ, ਇਸ ਲਈ ਪਤਾ ਨਹੀਂਗਾ ਕੀ ਬਣਨਾ। ਸੋ ਇਸ ਲਈ ਜੀ 13 ਤਰੀਕ ਨੂੰ ਦੇਖਾਂਗੇ ਜਾਂ 10 ਦੀਆਂ ਵੋਟਾਂ ਤੋਂ ਬਾਅਦ ਅੰਦਾਜ਼ੇ ਲੱਗਣਗੇ। ਫਿਲਹਾਲ ਇੱਥੇ ਅੰਕੜੇ ਆ ਕੁਛ ਕਹਿੰਦੇ ਨੇ ਜੋ ਆਪਾਂ ਸਪਸ਼ਟ ਸਾਹਮਣੇ ਲਿਆਉਂਦੇ। ਬਿਲਕੁਲ ਬਿਲਕੁਲ ਦੀਪ ਜੀ, ਜਲੰਧਰ ਲੋਕ ਸਭਾ ਸੀਟ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਪਾਰਟੀ ਦੇ ਹਿੱਸੇ ਆਵੇਗੀ, ਪਰ ਜੇਕਰ ਵੇਖਿਆ ਜਾਵੇ ਤਾਂ ਇਹ ਸੀਟ ਉਦੋਂ ਖਾਲੀ ਹੁੰਦੀ ਹੈ ਜਦੋਂ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਜਾਂਦੀ ਹੈ। ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਹਾਦਸਾ ਵਾਪਰਦਾ ਹੈ ਤੇ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਜਿੰਨੇ ਵੀ ਕਾਂਗਰਸੀ ਲੀਡਰ ਨੇ ਉਹ ਤਾਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ, ਪਰ ਗਾਂਧੀ ਪਰਿਵਾਰ ਕਿਤੇ ਵੀ ਜਲੰਧਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਕਹਿੰਦੇ ਕਿ ਚੌਧਰੀ ਪਰਿਵਾਰ ਦਾ ਸ਼ਾਇਦ ਗਾਂਧੀ ਪਰਿਵਾਰ ਨੇ ਹੱਥ ਛੱਡ ਦਿੱਤਾ ਕਿਉਂਕਿ ਨਜ਼ਰ ਨਹੀਂ ਆ ਰਿਹਾ। ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਕੀ ਸੰਤੋਖ ਸਿੰਘ ਚੌਧਰੀ ਹੋਰਾਂ ਦੇ ਪਰਿਵਾਰ ਦਾ ਰਾਹੁਲ ਗਾਂਧੀ ਨੇ, ਸੋਨੀਆ ਪ੍ਰਿਯੰਕਾ ਨੇ, ਖੜਗੇ ਨੇ, ਕਾਂਗਰਸ ਹਾਈ ਕਮਾਂਡ ਨੇ, ਦਿੱਲੀ ਵਾਲੀ ਲੀਡਰਸ਼ਿਪ ਨੇ ਹੱਥ ਛੱਡਤਾ ਜੀ, ਜਾਂ ਸਿਰਫ ਟਿਕਟ ਦੇਣਾ ਹੀ ਫਰਜ਼ ਸੀ ਉਹਨਾਂ ਦਾ? ਵੈਸੇ ਇਸ ਵਾਰ ਚੋਣਾਂ ਦੇ ਰੰਗ ਢੰਗ ਥੋੜੇ ਜਿਹੇ ਵੱਖਰੇ ਨੇ ਜਤਿੰਦਰ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਇਹ ਸਵਾਦ ਤੋਂ ਮਤਲਬ ਹੈ, ਲੋਕਾਂ ਨੇ ਤਾਂ ਕਿਉਂਕਿ ਇਹਦੇ ਨਾਲ ਨਾ ਤਾਂ ਕੋਈ ਸਰਕਾਰ ਡਿੱਗਣੀ ਹੈ ਨਾ ਕੋਈ ਸਰਕਾਰ ਬਣਨੀ ਹੈ, ਫਿਰ ਇੰਨਾ ਅਸਰ ਕਿਉਂ? ਪਰ ਜਿੱਦ ਦਾ ਸਵਾਲ, ਨੱਕ ਦਾ ਸਵਾਲ, ਇੱਜ਼ਤ ਦਾ ਸਵਾਲ 2024 ਨੂੰ ਲੈ ਕੇ ਸਾਰਿਆਂ ਲਈ ਬਣਿਆ ਕਿ ਮਾਹੌਲ ਇੱਥੋਂ ਬਣਨਾ, 2024 ਕੰਨੀ ਨੂੰ ਕਿਹਦੇ ਜਾਣਾ। ਇਸ ਲਈ ਸਾਰੇ ਚਾਹੁੰਦੇ ਨੇ ਕਿ ਹਾਂ ਅਸੀਂ ਇਹ ਸੀਟ ਜਿੱਤੀਏ। ਅਕਾਲੀ ਦਲ ਕਹਿੰਦਾ ਜੀ ਉਮੀਦਵਾਰ ਸਭ ਤੋਂ ਸਿਆਣਾ ਸਾਡਾ, ਸਭ ਤੋਂ ਸਮਝਦਾਰ ਸਾਡਾ, ਸਭ ਤੋਂ ਸੂਝਵਾਨ ਸਾਡਾ। ਹਾਂ, ਤੇ ਦੂਸਰਾ ਕਹਿੰਦੇ ਜੀ ਬਾਦਲ ਸਾਹਿਬ।
ਬਾਦਲ ਸਾਹਿਬ ਨੇ ਪੰਜਾਬ ਲਈ ਆ ਕੀਤਾ, ਬਾਦਲ ਸਾਹਿਬ ਨੇ ਜਲੰਧਰ ਲਈ ਆ ਕੀਤਾ, ਬਾਦਲ ਸਾਹਿਬ ਨੇ SC ਭਾਈਚਾਰੇ ਲਈ ਆ ਕੀਤਾ, ਬਾਦਲ ਸਾਹਿਬ ਨੇ BC ਭਾਈਚਾਰੇ ਲਈ ਆ ਕੀਤਾ, ਬਾਦਲ ਸਾਹਿਬ ਨੇ ਇੰਡਸਟਰੀ ਲਈ ਆ ਕੀਤਾ, ਬਾਦਲ ਸਾਹਿਬ ਨੇ ਖੇਡ ਜਗਤ ਲਈ ਆ ਕੀਤਾ। ਵੋਟਾਂ ਸਾਨੂੰ ਪਾ ਦਿਓ ਜੀ। ਉਸ ਲਈ ਕਹਿੰਦੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਅਕਾਲੀ ਦਲ ਵੋਟ ਮੰਗਦਾ। ਉਹ ਕਹਿੰਦੇ ਕਿ ਭਾਈ ਉਹਦੇ ਨਾਲੋਂ ਪਹਿਲਾਂ ਦਾ ਸਵਰਗ ਸਾਡੇ ਚੌਧਰੀ ਜੀ ਗਏ ਨੇ, ਸੋ ਇਸ ਲਈ ਅਸੀਂ ਚੌਧਰੀ ਦੇ ਨਾਮ ਤੇ ਮੰਗਦੇ। ਚੌਧਰੀ ਸੰਤੋਖ ਸਿੰਘ ਹੋਰੀ ਕਹਿੰਦੇ ਇਸ ਇਲਾਕੇ ਦੇ ਨੇ, ਇਸ ਹਲਕੇ ਦੇ ਨੇ, ਇਹਨਾਂ ਲੋਕਾਂ ਚੋਂ ਨੇ, ਤੇ ਇਸ ਲਈ ਪਰਿਵਾਰ ਨੂੰ ਸ਼ਰਧਾਂਜਲੀ ਵਜੋਂ, ਪਰਿਵਾਰ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਜੋਂ ਲੋਕਾਂ ਨੂੰ ਵੋਟ ਪਾਉਣੀ ਹੈ। ਸੋ ਉਹ ਕਹਿੰਦੇ ਅਸੀਂ ਉਹਦੇ ਨਾਂ ਤੇ, ਇਸ ਲਈ ਇਹ ਮਾਹੌਲ ਇੱਕੋ ਸਰ। ਇੱਧਰ BJP ਵਾਲੇ ਕਹਿੰਦੇ ਡਬਲ ਇੰਜਣ ਦਿੱਲੀ 'ਚ ਸਾਡੀ ਸਰਕਾਰ ਹੈ, ਤੁਹਾਡੇ MP ਨੇ ਉਰੇ ਥੋੜਾ ਰਹਿਣਾ, ਦਿੱਲੀ 'ਚ ਆਉਣਾ ਸਾਡੇ ਕੋਲ। ਸੋ MP ਦਾ ਸੰਬੰਧ ਕਹਿੰਦੇ ਕੇਂਦਰ ਨਾਲ ਹੁੰਦਾ ਹੈ, ਇਸ ਲਈ ਕੇਂਦਰ ਸਾਡੀ ਸਰਕਾਰ ਹੈ, ਡਬਲ ਇੰਜਣ ਹੋ ਜਾਊਗਾ, ਇੱਕ ਤੁਹਾਡਾ MP, ਇੱਕ ਸਾਡਾ ਮੋਦੀ। ਸੋ 2 ਇੰਜਣ ਜੋੜ ਲਾਂਗੇ। ਤੇ ਇੱਧਰ ਆਪ ਵਾਲੇ ਕਹਿੰਦੇ ਸਾਡੇ ਕੋਲ ਤਾਂ 3-3 ਇੰਜਣ ਹੋ ਜਾਣਗੇ, ਸਾਨੂੰ ਜਿਤਾਓ। ਕਹਿੰਦੇ 1 ਸਾਲ ਦਾ ਬੋਕਾ ਮੰਗਦੇ ਆ, 1 ਸਾਲ 'ਚ ਵੋਟਾਂ ਪਾ ਦਿਓ, ਜੇ ਸਾਲ ਸਾਡੇ ਕੋਲ ਨਾ ਠੀਕ ਰਿਹਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ, ਸਾਲ ਬਾਅਦ ਦੁਬਾਰਾ ਚੋਣਾਂ ਹੋਣੀਆਂ 24 'ਚ, ਇਸ ਲਈ 1 ਵਾਰ ਪਾ ਦਿਓ। ਕਹਿੰਦੇ ਸਾਡੇ ਕੋਲ ਤੁਹਾਡਾ MP ਆਪ ਦਾ ਹੋ ਜਾਵੇ ਹੈ, ਸਾਡੇ ਕੋਲ ਚੰਡੀਗੜ੍ਹ 'ਚ ਭਗਵੰਤ ਮਾਨ ਇੰਜਣ ਹੈਗਾ, ਤੇ ਸਾਡਾ ਤਾਂ ਦਿੱਲੀ ਇੰਜਣ ਕੇਜਰੀਵਾਲ ਵੀ ਬੈਠਾ। ਸੋ ਇਸ ਲਈ ਸਾਡੇ ਕੋਲ ਕਹਿੰਦੇ 13 ਇੰਜਣ ਹੋ ਜਾਊਗਾ, ਤੁਸੀਂ ਸਾਨੂੰ ਵੋਟਾਂ ਪਾ ਦਿਓ, ਇਸ ਨਾਤੇ ਮੰਗਦੇ ਨੇ। ਪਰ ਸਵਾਲ ਵੱਡਾ ਇਹ ਆ ਕਿ ਆਮ ਆਦਮੀ ਪਾਰਟੀ ਨੇ ਵੀ ਆਪਣੀ ਪੂਰੀ ਤਾਕਤ ਝੋਂਕੀ ਆ। ਬਕਾਇਦਾ ਤੋਂ 2-2 ਮੁੱਖ ਮੰਤਰੀ ਲਾਏ ਨੇ, 92 MLA ਲਾਏ ਨੇ, ਸਾਰੇ ਵਰਕਰ ਲਾਏ ਨੇ, ਹਰ ਗਲੀ ਮਹੱਲਾ ਛੱਡਿਆ ਨਹੀਂ ਕੋਈ। BJP ਨੇ ਕੇਂਦਰੀ ਮੰਤਰੀ, ਕੇਂਦਰੀ ਅਧਿਕਾਰੀ, ਕੇਂਦਰੀ ਨੁਮਾਇੰਦੇ, ਸਰਕਾਰਾਂ, ਏਜੰਸੀਆਂ, ਸਾਰਾ ਕੁਝ ਝੋਂਕਿਆ। ਕੋਈ ਹੋਟਲ ਨਹੀਂ ਮਿਲਦਾ ਜਲੰਧਰ ਖੇਤਰ ਦਾ ਜਿਹੜਾ ਇਹਨਾਂ ਨੇ ਕਿਰਾਏ ਤੇ ਨਾ ਲਿਆ ਹੋਵੇ, ਜਿੱਥੇ ਸਾਰਾ ਲੰਗਰ ਪਾਣੀ ਸੇਵਾ ਨਾਲ ਚੱਲਦੀਆਂ ਹੁਣ ਲਟਾਇਆ ਜਾ ਰਿਹਾ, ਖਿਲਾਇਆ ਜਾ ਰਿਹਾ। ਝੰਡੀਆਂ 'ਚ ਕੋਈ ਕਸਰ ਨਹੀਂ, ਡੰਡਿਆਂ 'ਚ ਕੋਈ ਕਸਰ ਨਹੀਂ। ਪਰ ਅਕਾਲੀ ਦਲ ਕਹਿੰਦਾ ਸੁਖਬੀਰ ਬਾਦਲ ਦੇ ਕਰਕੇ ਸਾਨੂੰ ਥੋੜੀ ਜਿਹੀ ਦਿੱਕਤ ਆਈ ਕਿ ਬਾਦਲ ਸਾਹਿਬ ਦੇ ਜਾਣ ਕਰਕੇ ਸੁਖਬੀਰ ਉਧਰ ਉਲਝ ਗਿਆ, ਪਰ ਹੁਣ ਚਲੋ ਮੋੜਾ ਕੱਟਿਆ ਤਾਂ ਰੈਲੀਆਂ 'ਚ ਖੂਬ ਹੌਲਾ ਹੋ ਗਿਆ। ਪਰ ਸਭ ਤੋਂ ਬੜਾ ਸਵਾਲ ਹੈ, ਚੌਧਰੀ ਪਰਿਵਾਰ ਬੋਲ ਨਹੀਂ ਪਾ ਰਿਹਾ, ਪਰ ਉਹਦੇ ਪੀੜ ਹੈ ਅੰਦਰ ਇਹ ਕਿ ਭਾਰਤ ਜੋੜੋ ਯਾਤਰਾ 'ਚ ਰਾਹੁਲ ਗਾਂਧੀ ਦਾ ਹੱਥ ਫੜ ਕੇ ਤੁਰੇ ਚੌਧਰੀ ਸੰਤੋਖ ਸਿੰਘ ਜਲੰਧਰ ਖੇਤਰ 'ਚ ਗਿਰ ਜਾਂਦੇ ਨੇ ਤੇ ਹਸਪਤਾਲ ਜਾਂਦੇ ਆ, ਮੌਤ ਹੋ ਜਾਂਦੀ ਆ। ਰਾਹੁਲ ਗਾਂਧੀ ਘਰੇ ਆਉਂਦਾ, ਪੁੱਤ ਨੂੰ, ਘਰ ਵਾਲੀ ਨੂੰ, ਉਹਨਾਂ ਦੇ ਨੂੰ ਗੱਲ ਲਾ ਕੇ ਵਾਅਦਾ ਕਰਦਾ ਨਾਲ ਖੜੇ ਆ, ਤੇ ਟਿਕਟ ਦੇ ਕੇ ਮੁੜ ਕੇ ਭੁੱਲ ਜਾਂਦਾ। ਕਰਨਾਟਕ ਠੀਕ ਆ, ਤੁਹਾਡੇ ਲਈ ਜ਼ਰੂਰੀ ਹੋਊਗਾ, ਪਰ ਚੌਪਰ ਨੇ ਤੁਹਾਡੇ ਕੋਲ, ਹੈਲੀਕਾਪਟਰ ਨੇ, ਜਹਾਜ਼ ਨੇ, 2 ਘੰਟੇ ਲਈ ਉੜ ਕੇ ਆ ਸਕਦੇ ਸੀ। ਬਿਲਕੁਲ। ਇੱਕ ਰੈਲੀ, ਇੱਕ ਰੋਡ ਸ਼ੋਅ, ਇੱਕ ਗੇੜਾ, ਇੱਕ ਸੁਨੇਹਾ, ਕੁਛ ਵੀ ਨਹੀਂ। ਨਾ ਰਾਹੁਲ ਬੋੜਿਆ, ਨਾ ਸੋਨੀਆ ਆਈ ਹੈ, ਨਾ ਪ੍ਰਿਯੰਕਾ ਆਈ, ਨਾ ਖੜਗੇ ਆਏ, ਨਾ ਕੋਈ ਹੋਰ ਵੱਡਾ ਲੀਡਰ ਆਇਆ। ਹਾਂ, ਲੋਕਲ ਲੀਡਰ ਲੱਗੇ ਨੇ, ਅੰਦਰੋਂ ਰੁੱਸੇ ਨੇ, ਗੁੱਸੇ ਨੇ, ਟੁੱਟੇ ਨੇ, ਵੱਡੇ ਨੇ, ਲੜਦੇ ਨੇ, ਝਗੜਦੇ ਨੇ, ਪਰ ਥੋੜੇ ਜਿਹੇ ਇਕੱਠੇ ਦਿਖੀ ਜਾਂਦੇ ਨੇ। ਔਰ ਜੇ ਨਤੀਜੇ ਹੱਕ 'ਚ ਆ ਗਏ, ਫਿਰ ਕਾਂਗਰਸ ਦਾ ਸਾਰਾ ਕੁਝ ਢਕਿਆ ਰਹਿ ਜਾਣਾ, ਨਹੀਂ ਇਹ ਢੱਕਣ ਚੱਕ ਹੋਣਾ। ਆਪਸ 'ਚ ਇਹ ਦੇਖਿਓ ਜੂਤਪਾਨ ਹੁੰਦੇ ਨਜ਼ਰ ਆਉਣਗੇ ਤੁਹਾਨੂੰ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਜਿਮਨੀ ਚੋਣ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਨੱਕ ਦਾ ਸਵਾਲ ਤਾਂ ਬਣਾਇਆ, ਪਰ ਇਹਦੇ ਵਿੱਚੋਂ ਗਾਂਧੀ ਪਰਿਵਾਰ ਗਾਇਬ ਕਿਉਂ? ਉਹਨੇ ਚੌਧਰੀ ਸੰਤੋਖ ਸਿੰਘ ਪਰਿਵਾਰ ਦਾ ਹੱਥ ਕਿਉਂ ਛੱਡਿਆ? ਰਾਹੁਲ ਗਾਂਧੀ ਨੂੰ ਤਾਂ ਘੱਟੋ ਘੱਟ ਆਉਣਾ ਚਾਹੀਦਾ ਸੀ, ਜਿਹਦੀ ਯਾਤਰਾ ਦੌਰਾਨ ਉਹਨਾਂ ਦੀ ਮੌਤ ਹੁੰਦੀ ਆ। ਫਿਰ ਵੀ ਕਾਂਗਰਸ ਕਹਿੰਦੀ ਅਸੀਂ ਮੁਕਾਬਲੇ 'ਚ ਪੂਰੀ ਤਰ੍ਹਾਂ ਹੈਗੇ ਆ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਪਿੰਡਾਂ ਦੇ ਵਿੱਚ ਪਿੰਡਾਂ ਦਾ ਵਿਕਾਸ ਕਰਨ ਦੇ ਲਈ, ਪਿੰਡ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਦਾ ਹੱਲ ਕਰਨ ਦੇ ਲਈ ਪੰਚਾਇਤਾਂ ਬਣੀਆਂ ਹੁੰਦੀਆਂ ਨੇ, ਮੈਂਬਰ ਸਰਪੰਚ ਹੁੰਦੇ ਨੇ ਜਿਹੜੇ ਸਹਿਮਤੀ ਦੇ ਨਾਲ ਫੈਸਲੇ ਲੈਂਦੇ ਨੇ। ਪਰ ਜਲੰਧਰ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ 3 ਸਰਪੰਚ ਨੇ, 2 MLA ਨੇ ਤੇ 2 MP ਨੇ, ਪਰ ਫਿਰ ਵੀ ਪਿੰਡ ਦੇ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਪਾ ਰਹੇ। ਕਿਵੇਂ ਵੇਖਦੇ ਹੋ, ਕਿਹੜਾ ਪਿੰਡ ਹੈ ਇਹ? ਪਿੰਡ ਜਤਿੰਦਰ ਜੀ ਚਰਚਾ 'ਚ ਤਾਂ ਆਇਆ ਕਿ ਜਲੰਧਰ 'ਚ ਚੋਣਾਂ ਨੇ ਜੀ, ਤੇ ਇਹ ਪਿੰਡ 2 ਜ਼ਿਲ੍ਹਿਆਂ 'ਚ ਵੰਡਿਆ ਹੋਇਆ। ਅਸਲ 'ਚ ਕੀ ਹੁੰਦਾ, ਸਾਡੇ ਪਿੰਡਾਂ 'ਚ ਨਾ ਆਮ ਹੈ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨਾ, ਤਾਂ ਅਗਲੇ ਨੂੰ ਪਤਾ ਹੁੰਦਾ ਕਿ ਆਹ ਟੱਬਰ ਨਾ ਬਾਈ ਫਲਾਣੇ ਨੂੰ ਪੱਕਾ ਪਊਗਾ, ਤੇ ਆਪਣੇ ਕੋਲ ਪਹੁੰਚ ਹੈਗੀ ਆ, ਸਰਕਾਰ ਹੈਗੀ, ਆਪਾਂ ਇਹ ਟੱਬਰ ਦੀਆਂ ਵੋਟਾਂ ਵੰਡ ਦੋ। ਇੱਕੋ ਛੱਤ ਥੱਲੇ ਰਹਿੰਦੇ 4-4 5-5 ਜੀਆਂ ਦੀਆਂ ਵੋਟਾਂ 2-2 ਮਹੱਲਿਆਂ 'ਚ ਵੰਡ ਹੁੰਦੀਆਂ, 2-2 ਵਾਰਡਾਂ 'ਚ ਵੰਡ ਹੁੰਦੀਆਂ, ਇੱਕੋ ਘਰ 'ਚ ਰਹਿੰਦੀਆਂ ਦੀਆਂ ਜੀ। ਉਹ ਸਿਰਫ ਇਸ ਲਈ ਕਿ ਬਜ਼ੁਰਗਾਂ ਦੀ ਵੋਟ ਦੂਏ ਵਾਰਡ 'ਚ ਹੈ, ਨਿਆਣਿਆਂ ਦੀ ਵੋਟ ਕਿਸੇ ਹੋਰ ਵਾਰਡ 'ਚ ਦੂਏ ਦੀ, ਤਾਂ ਕਿ ਪੰਚੀ ਦੀਆਂ ਵੋਟਾਂ ਵੰਡ ਹੋ ਜਾਣ ਜੀ। ਇੱਥੇ ਤਾਂ ਜਮਾਂ ਹੀ ਸ਼ਰਮਲਾਤੀ ਸਿਸਟਮ ਨੇ ਕਿ ਇੱਕੋ ਪਿੰਡ ਆ ਜੀ, ਉਸ ਪਿੰਡ ਨੂੰ 2 ਜ਼ਿਲ੍ਹਿਆਂ 'ਚ ਵੰਡਿਆ ਹੋਇਆ, 2 ਥਾਣਿਆਂ 'ਚ ਵੰਡਿਆ ਹੋਇਆ, 2 ਤਹਿਸੀਲਾਂ 'ਚ ਵੰਡਿਆ ਹੋਇਆ, 2 ਲੋਕ ਸਭਾ ਹਲਕਿਆਂ 'ਚ ਵੰਡਿਆ ਹੋਇਆ, 2 ਵਿਧਾਨ ਸਭਾ ਹਲਕਿਆਂ 'ਚ ਵੰਡਿਆ ਹੋਇਆ। ਪਿੰਡ ਇੱਕ ਆ। ਹਾਂ ਠੀਕ ਆ, ਬੜਾ ਪਿੰਡ ਹੁੰਦਾ ਜਿੱਥੇ ਉੱਥੇ ਪੰਚਾਇਤਾਂ 2 ਜਾਂ 3 ਹੋ ਜਾਂਦੀਆਂ। 10,000 ਦੇ ਕਰੀਬ ਪਿੰਡ ਦੀ ਆਬਾਦੀ ਆ ਜੀ। ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹੈ ਜੀ ਦਿਆਲਪੁਰਾ। ਦਿਆਲਪੁਰਾ ਪਿੰਡ ਦੇ ਵਿੱਚ 3 ਪੰਚਾਇਤਾਂ ਨੇ, ਇੱਕ ਜਲੰਧਰ ਖੇਤਰ ਨਾਲ ਸੰਬੰਧਿਤ, 2 ਕਪੂਰਥਲੇ ਨਾਲ ਸੰਬੰਧਿਤ। ਸਕੂਲ ਵੀ ਅੱਡੋ-ਅੱਡ ਨੇ ਜ਼ਿਲ੍ਹੇ ਦੇ, ਗੁਰਦੁਆਰੇ ਵੀ ਅੱਡੋ-ਅੱਡ ਨੇ ਜ਼ਿਲ੍ਹਾ ਵਾਈਜ਼ ਹੈ, ਤੇ ਉੱਥੇ 3 ਪੰਚਾਇਤਾਂ ਨੇ। ਤੇ ਗ੍ਰਾਂਟਾਂ ਨੂੰ ਲੈ ਕੇ ਘਸਵਾਨ ਪੈ ਰਹਿੰਦਾ। ਅਗਲੇ ਕਹਿੰਦੇ ਸਾਡੇ ਵਾਲੀ ਇੱਟ ਕਿਤੇ ਉਧਰ ਵਾਲੇ ਮਹੱਲੇ 'ਚ ਨਾ ਲੱਗ ਜਾਵੇ, ਹੈ ਸਾਡੇ ਵਾਲੀ ਇੱਟ ਉਸ ਜ਼ਿਲ੍ਹੇ 'ਚ ਨਾ ਲੱਗ ਜਾਵੇ, ਸਾਡੇ ਵਾਲੀ ਗ੍ਰਾਂਟ ਉਧਰ ਨਾ ਖਰਚ ਹੋ ਜਾਵੇ। ਤੇ 2 MLA ਹੁੰਦੇ ਆ, 2 MP ਹੁੰਦੇ ਆ, ਹੈ 2 ਥਾਣੇ ਹੁੰਦੇ ਆ, 2 ਤਹਿਸੀਲਦਾਰ ਹੁੰਦੇ ਆ। ਪਿੰਡ ਕਹਿੰਦਾ ਅਸੀਂ ਲਵਾਰਸਾਂ। ਹਾਂ, ਹੁਣ ਚੋਣ ਪ੍ਰਚਾਰ 'ਚ ਸਵਾਦ ਬਹੁਤ ਆ ਰਿਹਾ ਵੈਸੇ ਪਿੰਡ ਨੂੰ। ਹੁਣ ਜਤਿੰਦਰ ਜੀ, ਜਲੰਧਰ ਵਾਲੇ ਪਾਸੇ ਦਾ ਚੋਣ ਪ੍ਰਚਾਰ ਆ ਜੀ, ਕਪੂਰਥਲੇ ਵਾਲੇ ਪਾਸੇ ਹੈ ਨਹੀਂ। ਝੰਡੀਆਂ ਅੱਧੇ ਪਿੰਡ 'ਚ ਲੱਗੀਆਂ, ਅੱਧੇ ਪਿੰਡ 'ਚ ਪੋਸਟਰ ਲੱਗੇ, ਅੱਧੇ ਪਿੰਡ 'ਚ ਰੈਲੀਆਂ ਧਰਨੇ ਹੁੰਦੇ। ਤੇ ਜਦੋਂ ਚੋਣ ਪ੍ਰਚਾਰ ਲਈ ਲੋਕ ਆਉਂਦੇ ਨੇ, ਪਾਰਟੀਆਂ ਦੇ ਲੀਡਰ ਆਉਂਦੇ ਨੇ, ਫਿਰ ਬਾਅਦ 'ਚੋਂ ਕੋਲਡ ਡਰਿੰਕ ਵੀ ਵਰਤਾਉਣਾ ਹੁੰਦਾ, ਸਮੋਸੇ ਵੀ ਖਿਲਾਉਣੇ ਹੁੰਦੇ।
ਉਹ ਕਹਿੰਦੇ ਯਾਰ ਵੋਟਾਂ ਤਾਂ ਅੱਧੇ ਪਿੰਡ ਦੀਆਂ ਨੇ, ਸਮੋਸੇ 10,500 ਲੱਗੇ ਜੀ, ਕਹਿੰਦੇ ਸਮੋਸੇ ਖਾਣ ਸਾਰਾ ਪਿੰਡ ਆ ਜਾਂਦਾ। ਹੁਣ ਉਹ ਵਿਚਾਰੇ ਇਹ ਹਿਸਾਬ ਕਿਤਾਬ ਲੈਂਦੇ, ਨਾ ਕਰ ਨਹੀਂ ਸਕਦੇ ਕਿਤੇ ਵੋਟ ਨਾ ਖਰਾਬ ਹੋ ਜਾਵੇ। ਪਰ ਇਸ ਤੋਂ ਵੱਡਾ ਸਵਾਲ ਜਿਹੜਾ ਇਹ ਹੈ ਕਿ ਉਸ ਪਿੰਡ ਦੀ ਦਿੱਕਤ ਇਹ ਹੈ ਕਿ ਉੱਥੇ ਜਦੋਂ ਕੋਈ ਹਾਦਸਾ ਵਾਪਰਦਾ, ਜਦੋਂ ਕੋਈ ਘਟਨਾਕ੍ਰਮ ਵਾਪਰਦੀ, ਜਦੋਂ ਕੁਝ, ਫਿਰ ਪੁਲਿਸ ਇਸੇ ਹੱਦ 'ਚ ਉਲਝੀ ਰਹਿੰਦੀ ਆ ਕਿ ਜੇ ਤਾਂ ਫਲਾਣੇ ਹੱਦ ਦਾ, ਢਿਮਕੇ ਹੱਦ ਦੀ। ਜਦੋਂ ਉੱਥੇ ਕੋਈ ਲੋਕ ਆਉਂਦੇ ਮਿਲਣ ਆਉਂਦੇ, ਵੱਡਾ ਪਿੰਡ ਆ, ਵੱਡੀ ਫਿਰਨੀ ਆ, 10,000 ਦੇ ਪਰਿਵਾਰ ਜਿੱਥੇ ਰਹਿੰਦੇ, ਹੁਣ 10,000 ਬੰਦੇ ਰਹਿੰਦੇ, ਹੁਣ ਉੱਥੇ ਕਿੰਨੇ ਪਰਿਵਾਰ ਹੋਣਗੇ। ਸੋ ਉਸ ਹਵਾਲੇ ਨਾਲ ਉਸ ਦੇ ਵਿੱਚ ਕਹਿੰਦੇ ਜਦੋਂ ਬੰਦਾ ਆਉਂਦਾ, ਕਹਿੰਦੇ ਉਹ ਪੁੱਛਦੇ ਆ ਜੀ ਫਲਾਣੇ ਸਿੰਘ ਦੇ ਘਰੇ ਜਾਣਾ, ਉਹ ਕਹਿੰਦੇ ਬਾਈ ਐਂ ਦੱਸ ਜਲੰਧਰ ਵਾਲਾ ਦਿਆਲਪੁਰਾ ਕਿ ਕਪੂਰਥਲੇ ਵਾਲਾ ਦਿਆਲਪੁਰਾ। ਫਿਰ ਜਦੋਂ ਉੱਥੇ ਵੀ ਨਾ ਮਤਲਬ ਫਿਰ ਕਿਹੜੇ ਸਰਪੰਚ ਵਾਲਾ। ਸੋ 3 ਸਰਪੰਚ ਨੇ ਜਤਿੰਦਰ ਜੀ, 2 ਮੈਂਬਰ ਪਾਰਲੀਮੈਂਟ ਨੇ, 2 ਉੱਥੇ ਦੇ ਮਤਲਬ ਕਿ MLA ਨੇ, 2 ਹੀ ਉਹਨਾਂ ਨੂੰ ਥਾਣੇ ਪੈਂਦੇ ਨੇ, 2 ਹੀ ਉਹਨਾਂ ਨੂੰ ਤਹਿਸੀਲਾਂ ਪੈਂਦੀਆਂ ਨੇ, 2 ਹੀ ਉਹਨਾਂ ਨੂੰ SDM ਪੈਂਦੇ ਨੇ, ਤੇ ਪਰ ਪਿੰਡ ਦੇ ਕੰਮ ਨਹੀਂ ਹੋ ਪਾਉਂਦੇ, ਲੋਕ ਮੁਸ਼ਕਲ 'ਚ ਨੇ। ਤੇ ਆ ਵੋਟਾਂ ਕਰਕੇ ਉਹ ਪਿੰਡ ਇੱਕ ਵਾਰ ਚਰਚਾ 'ਚ ਆਇਆ ਕਿ ਹੁਣ ਅੱਧਾ ਪਿੰਡ ਵੋਟਾਂ ਪਾਊਗਾ, ਅੱਧਾ ਪਿੰਡ ਨਹੀਂ। ਅਗਲੇ ਕਹਿੰਦੇ ਜਾਂ ਪੂਰਾ ਹੀ ਕਪੂਰਥਲੇ 'ਚ ਕਰ ਦਿਓ ਜਾਂ ਪੂਰਾ ਹੀ ਜਲੰਧਰ 'ਚ ਕਰ ਦਿਓ। ਕਿ ਆਹ ਕਿਹੜੀ ਤਰੀਕਾ ਹੈ ਕਿ ਪਿੰਡ ਨੂੰ ਇਹ 2 ਜ਼ਿਲ੍ਹਿਆਂ 'ਚ ਵੰਡ ਦਿਓ। ਮਤਲਬ ਆਹ ਸਿਸਟਮ ਮੈਨੂੰ ਸਮਝ ਨਹੀਂ, ਇਹਦੇ ਪਿੱਛੇ ਕੀ ਮਨਸ਼ਾ ਕੰਮ ਕਰਦੀ ਆ, ਕੀ ਪਹਿਲੂ ਕੰਮ ਕਰਦਾ। ਪਰ ਉਹ ਦਿਆਲਪੁਰਾ ਪਿੰਡ ਵਿਚਾਰਾ ਮਤਲਬ ਕਿ ਦਇਆ ਦੇ ਆਧਾਰ ਤੇ ਹੀ ਮਤਲਬ ਖੜਾ ਕਿ ਹਾਂ ਚੱਲੀ ਜਾਣ ਦੋ ਜੋ ਚੱਲ ਰਿਹਾ। ਸੋ ਇਸ ਲਈ ਵੋਟਾਂ ਦੇ ਦੌਰਾਨ ਚਰਚਾ 'ਚ ਆਇਆ। ਬਿਲਕੁਲ ਬਿਲਕੁਲ ਦੀਪ ਜੀ, ਜਲੰਧਰ ਜਿਮਨੀ ਚੋਣਾਂ ਦੀ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਇੱਕ ਪਾਸੇ ਇਹ ਚਰਚਾ ਦੇ ਵਿੱਚ ਨੇ, ਪਰ ਦੂਜੇ ਪਾਸੇ ਜਿਹੜੇ ਕੈਬਨਿਟ ਮੰਤਰੀ ਨੇ ਲਾਲਚੰਦ ਕਟਾਰੂ ਚੱਕ, ਉਹ ਵੀ ਇਸ ਮੌਕੇ ਚਰਚਾ ਦੇ ਵਿੱਚ ਨੇ, ਕਿਉਂਕਿ ਜਿਹੜੀ ਵੀਡੀਓ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੇ ਉਸ ਨੂੰ ਲੈ ਕੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਜਿਮਨੀ ਚੋਣਾਂ ਨੇ। ਤੇ ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ 10 ਤੋਂ ਬਾਅਦ ਜਾਂ 13 ਤੋਂ ਬਾਅਦ ਜਦੋਂ ਨਤੀਜੇ ਆਉਂਦੇ ਨੇ ਲੋਕ ਸਭਾ ਸੀਟ ਤੇ, ਤਾਂ ਉਸ ਤੋਂ ਬਾਅਦ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਮੰਤਰੀ ਦੀ ਕੋਈ ਛੁੱਟੀ ਹੋ ਸਕਦੀ ਹੈ ਜਾਂ ਫਿਰ ਇਸੇ ਤਰ੍ਹਾਂ ਬਣੇ ਰਹਿਣਗੇ। ਦੇਖੋ ਬਿਲਕੁਲ ਜੀ, ਵੱਡਾ ਸਵਾਲ ਹੈ ਕਿ ਹੁਣ ਜਿਹੜੀ ਰਾਜਪਾਲ ਨੇ ਜਾਂਚ ਕਰਾਈ ਉਹਦੇ ਵਿੱਚ ਵੀ ਉਹ ਕਹਿੰਦੇ ਸਾਬਤ ਹੋ ਗਿਆ ਕਿਰਦਾਰ ਵੀ ਅਸਲੀ ਨੇ, ਵੀਡੀਓ ਵੀ ਅਸਲੀ ਆ, ਸਾਰਾ ਕੁਝ ਸਹੀ ਆ। ਉਹਨਾਂ ਨੇ ਵੀ ਫੋਰੈਂਸਿਕ ਜਾਂਚ ਕਰਾ ਲਈ। SC ਕਮਿਸ਼ਨ ਕੋਲੋਂ ਦੂਸਰਾ ਕਿਰਦਾਰ ਨਿਭਾਉਣ ਵਾਲਾ ਬੱਚਾ ਵੀ ਪਹੁੰਚ ਗਿਆ। ਉਹ ਕਹਿੰਦਾ ਜੀ ਮੇਰੇ ਨਾਲ ਛੋਟੇ ਹੁੰਦੇ ਜਵਾਕ ਹੁੰਦੇ ਧੱਕਾ ਹੋਇਆ, ਇਸ ਲਈ ਕਹਿੰਦੇ ਜੀ ਮੈਨੂੰ ਇਨਸਾਫ ਦਿਵਾਓ, ਮੈਨੂੰ ਡਰ ਹੈ। ਉਧਰੋਂ ਵੀ ਆ ਗਿਆ ਕਿ 24 ਘੰਟਿਆਂ 'ਚ ਜਵਾਬ ਦਿਓ। ਤੇ ਇੱਧਰ ਕਹਿੰਦੇ ਜੀ ਅਸੀਂ ਸਿੱਟ ਬਣਾਤੀ, ਉਹ 'ਚ DIG ਲਾਤੇ ਜੀ, ਹੈ ਨਾ, DIG ਜਿਹੜੇ ਬਾਰਡਰ ਰੇਂਜ ਨੇ, ਤੇ SSP ਗੁਰਦਾਸਪੁਰ ਵੀ ਲਾਤਾ, SSP ਪਠਾਨਕੋਟ ਵੀ। ਇੱਕ ਮੰਤਰੀ ਤੋਂ ਪੁਲਿਸ ਅਧਿਕਾਰੀ ਪੁੱਛਗਿੱਛ ਕਰ ਲੈਣਗੇ? ਪਹਿਲਾਂ ਉਹਨੂੰ ਮੰਤਰੀ ਉਹਦੇ ਤੋਂ ਹਟਾਓ। ਉਹਦੇ ਖਿਲਾਫ ਜਿਹੇ ਜਿਹਾ ਮਾਮਲਾ ਹੈ, ਉਹ ਜਿਹੜਾ ਰਾਜਪਾਲ ਦੇ ਕੋਲ ਜਾਂਚ ਸਾਬਤ ਹੋ ਗਿਆ, ਭਾਰਤ SC ਕਮਿਸ਼ਨ ਨੇ ਤੁਹਾਡੇ ਕੋਲ ਸ਼ਿਕਾਇਤ ਭੇਜਤੀ, ਤੁਸੀਂ ਕਹਿੰਦੇ ਹੋ ਜੇ ਇਨਕੁਆਇਰੀ ਕਰਨੀ। ਹੁਣ ਇਨਕੁਆਇਰੀ ਨੂੰ ਕੀ ਰਹਿ ਗਿਆ? ਫੌਰੀ ਕਾਰਵਾਈ ਕਰਨੀ ਸੀ। ਕਾਰਵਾਈ ਦੇ ਤਹਿਤ ਮੰਤਰੀ ਨੂੰ ਹਟਾ ਕੇ ਫਿਰ ਜਾਂਚ ਪੜਤਾਲ ਕਰੋ। ਤੇ ਜਿਹੜੀ ਸਿੱਟ ਬਣਾਈ ਹੈ ਜਤਿੰਦਰ ਜੀ, ਉਹਦੀ ਕੋਈ ਸਮਾਂ ਤੈਅ ਹੀ ਨਹੀਂ ਕੀਤੀ ਕਿ ਕਿੰਨੇ ਸਮੇਂ 'ਚ ਉਹਨੇ ਰਿਪੋਰਟ ਦੇਣੀ ਹੈ, ਕਦੋਂ ਦੇਣੀ ਹੈ। ਕੀ ਆਮ ਆਦਮੀ ਪਾਰਟੀ ਇਹ ਮਹਿਸੂਸ ਕਰ ਰਹੀ ਹੈ ਕਿ 10 ਤਰੀਕ ਲੰਘ ਜਾਵੇ ਕਿਸੇ ਤਰ੍ਹਾਂ, ਫਿਰ ਇਹਨੂੰ ਲਾਂਭੇ ਕਰ ਦਾਂਗੇ, ਫਿਰ ਜੋ ਮਰਜ਼ੀ ਹੋ ਜਾਵੇ, ਵੋਟਾਂ ਪੈ ਲੈਣ ਦਿਓ? ਜਾਂ ਉਹਨਾਂ ਨੂੰ ਲੱਗਦਾ ਹੈ ਕਿ ਖਹਿਰਾ ਤਾਂ ਕਹਿੰਦਾ ਸੀ 2-3 ਹੋਰ ਨੇ ਵੀਡੀਓ, ਕਿ ਕਿਤੇ ਐਨ ਹੋਵੇ ਇੱਕ ਮੰਤਰੀ ਕੱਢੀ ਜਾਣ, 2 ਹੋਰ ਦੀਆਂ ਆ ਜਾਣ, ਫਿਰ ਸਾਰਾ ਮੰਤਰਾਲਾ ਨਾ ਖਾਲੀ ਹੋ ਜਾਵੇ ਸਾਡਾ। ਕਿ ਉਹਨਾਂ ਨੂੰ ਇਹ ਡਰ ਲੱਗਦਾ ਕਿ ਇਹ ਰਾਹ ਨਾ ਖੋਲੀਏ, ਇਸ ਲਈ ਅੜ ਜਾਈਏ, ਸਟੈਂਡ ਤੇ ਅੜ ਜਾਈਏ ਕਿ ਆਪਾਂ ਨਹੀਂ ਕੱਢਣਾ। ਪਰ ਕਟਾਰੂ ਚੱਕ ਦਾ ਜੋ ਮਾਮਲਾ ਹੁਣ ਲੋਕਾਂ 'ਚ ਚਰਚਾ 'ਚ ਹੈ, ਲੋਕਾਂ ਨੇ ਤਾਂ ਦਿਮਾਗੀ ਵਿਜ਼ੂਅਲ ਬਣਾ ਕੇ ਵੀਡੀਓ ਦੇਖ ਲਈ, ਜਿਹੋ ਜਿਹੀਆਂ ਤਸਵੀਰਾਂ ਸਾਹਮਣੇ। ਉੱਥੇ ਜਲੰਧਰ ਦੇ ਵਿੱਚ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਹੋਣਾ ਕਿ ਕਟਾਰੂ ਚੱਕ ਦੀ ਵੀਡੀਓ ਦਾ ਮੁੱਦਾ ਬਣਿਆ। ਵੀਡੀਓ ਆਈ ਸਾਹਮਣੇ, ਨਹੀਂ ਆਈ, ਇਹ ਵੱਡਾ ਸਵਾਲ ਹੈ। ਪਰ ਰਾਜਪਾਲ ਦੀ ਰਿਪੋਰਟ, SC ਕਮਿਸ਼ਨ ਦਾ ਹਵਾਲਾ, ਉਹ ਪੀੜਤ ਮੁੰਡੇ ਦਾ ਸਾਹਮਣੇ ਆਉਣਾ ਤੇ ਸਰਕਾਰ ਦਾ ਇਸ ਮਸਲੇ ਤੇ ਸਪਸ਼ਟ ਸਟੈਂਡ ਨਾ ਲੈਣਾ ਉਹਨਾਂ ਲਈ ਨੁਕਸਾਨਦੇਹ ਹੈ। ਤੇ ਜੇ ਕੱਢਦੇ ਨੇ ਕਹਿੰਦੇ ਤਾਂ ਵੀ ਫਸਦੇ ਆ। ਇਸ ਲਈ ਹੋ ਸਕਦਾ 10 ਤਰੀਕ ਤੋਂ ਬਾਅਦ ਇਹਦੇ ਤੇ ਕਾਰਵਾਈ ਹੋ ਜਾਵੇ। ਦਬਾਅ ਇੰਨਾ ਵੱਧ ਜਾਣਾ ਕਿ ਇਹਨਾਂ ਨੂੰ ਕਟਾਰੂ ਚੱਕ ਹਟਾਉਣਾ ਪੈਣਾ। ਤੇ ਜੇ ਸਰਕਾਰ ਇਸ ਗੱਲ ਤੇ ਅੜੀ ਕਿ ਰਾਹ ਨਹੀਂ ਖੋਲ੍ਹਣਾ, ਫਿਰ ਚਾਹੇ 3-4 ਕਟਾਰੂ ਚੱਕ ਹੋਰ ਲੱਭ ਜਾਣ, ਫਿਰ ਇਹ ਅੜੇ ਰਹਿਣਗੇ ਕਿ ਹੁਣ ਅਸੀਂ ਪਰੇ ਨਹੀਂ ਕਰਨਾ। ਫਿਰ ਇਸ ਲਈ 10 ਤਰੀਕ ਤੋਂ ਬਾਅਦ ਜਾਂ 13 ਤਰੀਕ ਤੋਂ ਬਾਅਦ ਸਪਸ਼ਟ ਹੋਊਗਾ ਕਿ ਕੀ ਮੂਡ ਹੈ ਸਰਕਾਰ ਦਾ ਜਾਂ ਕੀ ਮੂਡ ਹੈ ਆਮ ਆਦਮੀ ਪਾਰਟੀ ਦਾ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਰਹਿੰਦੇ ਸਕਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੋ ਹੈਰੀਟੇਜ ਸਟਰੀਟ ਆ, ਉੱਥੇ ਲਗਾਤਾਰ 2 ਧਮਾਕੇ ਹੁੰਦੇ ਨੇ, ਜਿਸ ਤੋਂ ਬਾਅਦ ਜਿਹੜੀਆਂ ਜਾਂਚ ਟੀਮਾਂ ਨੇ ਉੱਥੇ ਪਹੁੰਚ ਜਾਂਦੀਆਂ ਨੇ, DGP ਪੰਜਾਬ ਵੀ ਉੱਥੇ ਪਹੁੰਚਦੇ ਨੇ। ਪਰ ਹੁਣ ਜਾਂਚ ਕਰਨ ਦੇ ਲਈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੀ ਐਂਟਰੀ ਹੋ ਚੁੱਕੀ ਹੈ। ਤੇ ਦੂਜੇ ਪਾਸੇ SGPC ਦਾ ਇਹ ਵੀ ਕਹਿਣਾ ਕਿ ਜਿਹੜੀ ਸਿੱਖ ਸੰਗਤ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਸੀ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਖੌਫ ਪਾਇਆ ਜਾ ਰਿਹਾ ਹੈ। ਬਿਲਕੁਲ ਜੀ, ਕੇਂਦਰੀਆਂ ਏਜੰਸੀਆਂ ਵੀ ਨਾਲ, ਬੇਸ਼ੱਕ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ, ਇਹਨਾਂ ਦੀਆਂ ਟੀਮਾਂ ਜਾਂਚ ਕਰ ਰਹੀਆਂ, ਪਰ ਮੈਨੂੰ ਪਤਾ ਲੱਗ ਰਿਹਾ ਕੇਂਦਰੀ ਏਜੰਸੀਆਂ, ਕੇਂਦਰੀ ਸੁਰੱਖਿਆ ਏਜੰਸੀਆਂ ਨੇ ਵੀ ਇਸ ਮਾਮਲੇ 'ਚ ਐਂਟਰੀ ਕਰ ਲਈ ਹੈ। ਉਹ ਅੰਮ੍ਰਿਤਸਰ ਪਹੁੰਚੀਆਂ, ਉਹ ਆਪਣੇ ਪੱਧਰ ਤੇ ਜਾਂਚ ਕਰ ਰਹੀਆਂ। ਜਦੋਂ ਕਿ ਜਿਹੜੀ ਸਾਡੀ ਮਿਨਿਸਟਰੀ ਆਫ ਹੋਮ ਡਿਫੈਂਸ ਹੈ, ਉਹਨੇ ਬਕਾਇਦਾ ਤੌਰ ਤੇ ਉੱਤੇ ਰਿਪੋਰਟ ਮੰਗ ਲਈ ਹੈ ਪੰਜਾਬ ਸਰਕਾਰ ਤੋਂ, ਸਾਰਿਆਂ ਤੋਂ। ਇਸ ਲਈ ਉਹ ਕੇਂਦਰੀ ਏਜੰਸੀਆਂ ਦੀ ਵੀ ਆਮਦ ਹੋ ਗਈ ਆ। ਪਰ ਇਹ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਵਿਸਫੋਟਕ ਤੱਤ ਸੀ।
ਪਹਿਲਾਂ ਕਿਹਾ ਕਿ ਚਿਮਨੀ ਫਟ ਗਈ ਜੀ, ਚਿਮਨੀ 'ਚੋਂ ਧਮਾਕਾ ਹੋ ਗਿਆ ਜੀ, ਸਿਲੰਡਰ ਕਰਕੇ ਹੈ ਜੀ, ਥੱਲੇ ਢਾਬਾ ਹੈ ਜੀ, ਫਿਰ ਕਹਿੰਦੇ ਆ ਸੀਵਰੇਜ ਚੱਕ ਕੇ ਦੇਖ ਲਓ ਜੀ, ਸ਼ਾਇਦ ਇਹਦੇ ਕਰਕੇ ਨਾ ਉਹਦੇ ਵਾਲੀ ਗੈਸ ਨਾ ਹੋਵੇ ਜੀ। ਪਰ ਹੁਣ ਤੱਥ ਸਾਹਮਣੇ ਆ ਗਏ ਕਿ ਹਾਂ ਉਹਦੇ ਵਿੱਚ ਸ਼ੁਰੂਆਤੀ ਜਾਂਚ ਪਤਾ ਲੱਗ ਰਿਹਾ ਕਿ ਕੋਈ ਵਿਸਫੋਟਕ ਤੱਤ ਤਾਂ ਵਰਤੇ ਗਏ ਨੇ, ਪਰ ਉਹ ਇੰਨੇ ਸ਼ਕਤੀਸ਼ਾਲੀ ਨਹੀਂ ਸੀ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ। ਇਸ ਲਈ ਕਹਿੰਦੇ ਸ਼ੀਸ਼ੇ ਹੀ ਟੁੱਟੇ ਨੇ, ਕੁਝ ਲੋਕ ਜ਼ਖਮੀ ਹੋਏ ਨੇ, ਇੰਨਾ ਨਹੀਂ। ਪਰ ਕਹਿੰਦੇ ਕਿ ਜਿੱਥੋਂ ਕਾਰਵਾਈ ਕੀਤੀ ਗਈ ਉਹ ਛੱਤ ਹੈ, ਜਿਹੜੀ ਪਾਰਕਿੰਗ ਦੀ ਛੱਤ ਹੈ, ਜਿਹੜੀ ਉਹ ਸਾਰਾਗੜੀ ਦੀ ਪਾਰਕਿੰਗ ਹੈ, ਤੇ ਕਹਿੰਦੇ ਜੀ ਉੱਪਰਲੀ ਛੱਤ ਦੇ ਉੱਤੇ ਤੱਕ ਕੈਮਰੇ ਤੱਕ ਹੀ 10 ਫੁੱਟ ਤੱਕ ਨਹੀਂ ਜਾਂਦੇ ਕੈਮਰੇ ਤਾਂ ਜੀ। ਤੋ ਇਸ ਲਈ 10 ਫੁੱਟ ਥੱਲੇ ਕੈਮਰੇ ਦੀ ਰੇਂਜ ਰਹਿ ਜਾਂਦੀ ਹੈ, ਤੇ ਉੱਪਰੋਂ ਕੋ ਸਿੱਟਿਆ ਗਿਆ ਤੇ ਅਗਲੇ ਉੱਪਰੋਂ ਹੀ ਗੱਡੀ ਲੈ ਕੇ ਪੁਲ ਤੋਂ ਲੰਘ ਗਏ ਹੋਣੇ, ਇਸ ਲਈ ਕਹਿੰਦੇ ਰਿਕਾਰਡ 'ਚ ਨਹੀਂ ਆਇਆ। ਸਵਾਲ ਇਹ ਨਹੀਂਗਾ ਕਿ ਰਿਕਾਰਡ 'ਚ ਆਇਆ ਜਾਂ ਨਹੀਂ ਆਇਆ, ਸਵਾਲ ਇਹ ਹੈ ਕਿ ਦਰਬਾਰ ਸਾਹਿਬ ਦੇ 800 ਮੀਟਰ ਦੇ ਦਾਇਰੇ ਦੇ ਵਿੱਚ 10-10 ਮੀਟਰ ਦੀ ਦੂਰੀ ਤੇ 2 ਧਮਾਕੇ 32 ਘੰਟਿਆਂ 'ਚ ਹੋ ਜਾਣ, ਤੇ ਪੁਲਿਸ ਕਹਿੰਦੀ ਅਸੀਂ ਫਲੈਗ ਮਾਰਚ ਨਾ ਰੁਕਣਗੇ। ਜਿਹਨੇ ਕਰਨਾ ਸੀ ਅਗਲੇ ਰੇਕੀ ਕਰਕੇ ਕਰਤਾ ਤੇ ਕਰਕੇ ਲੰਘ ਗਏ। ਬਿਲਕੁਲ ਫਲੈਗ ਮਾਰਚ ਤਾਂ ਲੋਕਾਂ ਨੂੰ ਡਰਾਉਣ ਲਈ ਹੁੰਦੇ ਨੇ, ਆਮ ਸਧਾਰਨ ਲੋਕਾਂ ਨੂੰ ਮਤਲਬ ਦਹਿਸ਼ਤ ਪੈਦਾ ਕਰਨ ਲਈ ਹੁੰਦੇ ਨੇ। ਤੁਸੀਂ ਕਾਰਵਾਈ ਕਰਨੀ ਹੈ ਤਾਂ ਸਰਕਾਰ ਕਿੱਥੇ ਆ, ਪੁਲਿਸ ਕਿੱਥੇ ਆ? ਜੇ ਕਿਸੇ ਸ਼ਰਾਰਤੀ ਏਜੰਸੀ ਨੇ ਕੀਤਾ, ਜੇ ਕਿਸੇ ਦੇਸ਼ ਵਿਰੋਧੀ ਤਾਕਤ ਨੇ ਕੀਤਾ, ਜੇਕਰ ਕਿਸੇ ਰਾਜਨੀਤਿਕ ਧਿਰ ਦੀ ਸਾਜ਼ਿਸ਼ ਨੇ ਕੀਤਾ, ਤਾਂ ਜਿਹਨੇ ਵੀ ਕੀਤਾ ਇਹ ਕਹਿ ਕੇ ਨਹੀਂ ਸਰਨਾ ਕਿ ਉਹਨਾਂ ਦੀ ਕਾਰਵਾਈ ਆ। ਕਾਰਵਾਈ ਰੋਕਣਾ ਸਰਕਾਰਾਂ ਦਾ ਫਰਜ਼ ਹੁੰਦਾ। ਸੋ ਇਸ ਲਈ ਜੇਕਰ ਕਾਂਗਰਸੀਆਂ ਕੱਲੇ ਸਮੇਂ ਡਰੋਨ ਆਉਂਦੇ ਸੀ, ਨਸ਼ੇ ਆਉਂਦੇ ਸੀ, ਤੇ ਜੇ ਤੁਹਾਡੇ ਰਾਜ ਵੀ ਧਮਾਕੇ ਹੋ ਜਾਂਦੇ ਨੇ ਤਾਂ ਫਰਕ ਕੀ ਆ? ਕੰਟਰੋਲ ਕਿੱਥੇ ਆ? ਮੈਨੂੰ ਪਤਾ ਲੱਗਿਆ ਅੱਜ ਇੱਕ ਪਾਸੇ ਕੇਂਦਰੀ ਏਜੰਸੀਆਂ ਨੇ ਆਪਣੇ ਕੰਟਰੋਲ 'ਚ ਲੈ ਲਿਆ, ਦੂਜੇ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਗ੍ਰਹਿ ਵਿਭਾਗ ਦੇ ਮੁਖੀ ਹੋਣ ਦੇ ਨਾਤੇ ਪੁਲਿਸ ਅਧਿਕਾਰੀਆਂ ਦੀ ਬੈਠਕ ਬੁਲਾ ਲਈ ਆ, ਤੇ ਕੱਲ੍ਹ ਨੂੰ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਪੰਜਾਬ ਪੁਲਿਸ ਨਜ਼ਰ ਆ ਸਕਦੀ ਹੈ। ਬਿਲਕੁਲ ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਾ ਜੀ ਨਾਲ ਖਬਰਾਂ ਤੇ ਅਹਿਮ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।